पिछले दिन एक लिस्ट आई, हालांकि वो एक ਜ਼ਿਲ੍ਹੇ ਦੀ ਸੀ, पर फिर भी बहुते पंजाबियों इस गल का दुख लग्या कि 7 ਦੇ ਵਿੱਚੋਂ 6 सब इंस्पैक्टर हरियाणे के। 404 ਵੈਟਰਨਰੀ ਅਫਸਰ ਰੱਖੇ ਪੰਜਾਬ ਦੇ ਵਿੱਚ, ਉਹਨਾਂ ਚੋਂ 404 ਤੋਂ 134 ਬਾਹਰ ਦੇ ਸੀ। ਕਈ ਵਾਰੀ ਨੌਕਰੀਆਂ 'ਚ ਕਹਿੰਦੇ ਨੇ ਤੁਸੀਂ ਪੰਜਾਬੀ ਤੁਸੀਂ ਸਿਲੈਕਟ ਹੋ ਜਾਓ, 6 ਮਹੀਨਿਆਂ ਸਾਨੂੰ ਪੰਜਾਬੀ ਪਾਸ ਕਰਕੇ ਦਿਖਾ ਦੇਣਾ। ਉਹ ਤਾਂ ਪੰਜਾਬੀ ਦੇ ਪੇਪਰ ਪੈਸੇ ਦੇ ਕੇ ਦੂਜਿਆਂ ਨੂੰ ਬਿਠਾ ਕੇ ਨਕਲ ਦੇ ਕੇ ਜੋ ਮਰਜ਼ੀ ਕਰਵਾ ਲਓ ਤੁਸੀਂ। ਸਿਰਫ ਪੰਜਾਬੀ ਲਿਖ ਦਿੰਦੇ ਨਾ 12ਵੀਂ, ਉਹਦਾ ਚੋਰ ਦਰਵਾਜ਼ਾ ਲੱਭ ਲੈਂਦੇ ਨੇ। ਇਹਨਾਂ ਨੂੰ ਅਸਲ ਵਿੱਚ ਸ਼ਰਤ ਰੱਖਣੀ ਚਾਹੀਦੀ ਡੋਮਿਸਾਈਲ ਦੀ, ਕਿ ਇਹ ਨੌਕਰੀ ਸਿਰਫ ਉਹਨੂੰ ਜਾਊਗੀ ਜਿਹੜਾ ਪੰਜਾਬ ਦਾ ਬਸ਼ਰ ਹੈ, ਪੰਜਾਬ ਦੇ ਵਿੱਚ ਪੈਦਾ ਹੋਇਆ ਵਾ, ਪੰਜਾਬ ਦਾ ਬਸ਼ਿੰਦਾ ਵਾ, ਪੱਕਾ ਰੈਜ਼ੀਡੈਂਟ ਹੈ। ਇਹ ਤਾਂ ਕਰਕੇ ਕੁਝ ਬਚਾਅ ਹੋਊਗਾ। ਤੁਸੀਂ ਇੱਕ ਡੋਮਿਸਾਈਲ ਵਾਰਡ ਦਿੱਤੀ, ਇੱਕ ਅੱਧੀ ਹੋਰ ਸ਼ਰਤ ਰੱਖੋ ਜਿਹਦੇ ਨਾਲ 100% ਇਨਸ਼ੋਰ ਹੋ ਜਾਊਗਾ ਕਿ ਬਾਹਰਲਾ ਬੰਦਾ ਕੋਈ ਨੌਕਰੀ ਪੰਜਾਬ ਦੀ ਲੈ ਹੀ ਨਹੀਂ ਸਕਦਾ। ਹਿਮਾਚਲ ਤੁਸੀਂ ਨੌਕਰੀ ਲੈ ਕੇ ਦਿਖਾ ਦਿਓ ਮੈਨੂੰ ਕਿਸੇ ਹੋਰ ਸਟੇਟ ਦੇ ਵਿੱਚ, ਪੰਜਾਬ ਦੇ ਬੱਚਿਆਂ ਨੂੰ, ਇੱਥੋਂ ਦੇ ਰਹਿਣ ਵਾਲਿਆਂ ਨੂੰ, ਦੇ ਵਿਲ ਨੈਵਰ ਬੀ ਏਬਲ ਟੂ ਟੇਕ। ਪ੍ਰਾਈਵੇਟ ਸੈਕਟਰ ਜਿਹੜੀ ਹੈ ਮੇਰੀ ਸਾਰੀ ਵਪਾਰ ਲੱਗਾ ਹੋਇਆ, ਉਹਦੇ ਵਿੱਚ ਵੀ ਹਰਿਆਣੇ ਨੇ ਬਿੱਲ ਪਾਸ ਕੀਤਾ ਸੀਗਾ ਕਿ ਇੰਨੇ ਖਰੇ 80 ਕੇ 85% ਹਰਿਆਣੇ ਵੀ ਹੀ ਰੱਖਣੇ ਪੈਣਗੇ। ਉਹ ਤਾਂ ਇੱਥੋਂ ਤਾਂ ਹੀ ਜਾ ਰਹੇ ਨੇ ਕਿ ਪ੍ਰਾਈਵੇਟ ਨੌਕਰੀਆਂ ਵੀ ਬਾਹਰ ਨਹੀਂ ਦੇਣ ਦੇਣੀਆਂ, ਤੇ ਅਸੀਂ ਤਾਂ ਆਪਣੀਆਂ ਸਰਕਾਰੀ ਵੀ ਮਹਿਫੂਜ਼ ਨਹੀਂ ਕਰ ਸਕਦੇ। ਇਹਦੇ ਲਈ ਮੈਂ ਇੱਕ ਬਿੱਲ ਪ੍ਰਪੋਜ਼ ਕੀਤਾ ਸੀਗਾ ਜਿਹੜਾ ਕੁਲਤਾਰ ਸਿੰਘ ਸੰਧਵਾ ਦੇ ਟੇਬਲ ਤੇ ਅੱਜ ਵੀ ਪਿਆ ਹੈ, ਜਨਵਰੀ 'ਚ ਦਿੱਤਾ ਉਹਨੂੰ। ਅਸੀਂ ਕਹਿ ਰਹੇ ਕਿ ਜਿਹੜਾ ਇਹ ਕਾਨੂੰਨ ਹਿਮਾਚਲ ਪ੍ਰਦੇਸ਼ ਵਿੱਚ ਬਣਿਆ ਹੋਇਆ 1972 ਦਾ, ਜਿਹੜਾ ਕਾਨੂੰਨ ਰਾਜਸਥਾਨ ਤੇ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ 'ਚ ਬਣਿਆ ਕਿ ਕੋਈ ਵੀ ਆਦਮੀ ਆਣ ਕੇ ਡਾਇਰੈਕਟਲੀ ਵੋਟਰ ਨਹੀਂ ਬਣ ਸਕਦਾ, ਕੋਈ ਵੀ ਆਦਮੀ ਆਣ ਕੇ ਡਾਇਰੈਕਟਲੀ ਐਗਰੀਕਲਚਰ ਦਾ ਮਾਲਕ ਨਹੀਂ ਬਣ ਸਕਦਾ। ਤੁਸੀਂ ਆਹ ਸ਼ਰਤਾਂ ਪੂਰੀਆਂ ਕਰੋ, ਫਿਰ ਤੁਸੀਂ ਆਣ ਕੇ ਜੀ ਸੱਦ ਕੇ ਭਾਵੇਂ ਜ਼ਮੀਨ ਖਰੀਦੋ, ਭਾਵੇਂ ਇੰਡਸਟਰੀ ਲਾਓ। ਲੇਕਿਨ ਇਹਨਾਂ ਨੇ, ਆਮ ਆਦਮੀ ਪਾਰਟੀਆਂ ਨੇ, ਉਹ ਵੀ ਨਹੀਂ ਕੀਤਾ। ਤੁਸੀਂ ਬਿੱਲ ਪ੍ਰਪੋਜ਼ ਕੀਤਾ ਹੋਇਆ, क्यों नहीं पंजाब सरकार कर रही? पंजाब सरकार नहीं कर सकती या केंद्र के हथ च कुछ ऐसा है कि पंजाब सरकार दे राह च कोई अड़चना हैगियां ने, रोड़ा हैगा तां नहीं कर रही? अगर स्टेट चाहे पंजाब दी विधान सभा विच हर तरह का कानून पास किया जा सकता, तुहानूं कोई बंदिश नहीं। हुण ये बिल इस करके नहीं हो रहा क्योंकि कंट्रोल दिल्ली के हथ च। अरविंद केजरीवाल ते राघव चड्डा क्यों चाहणगे कि पंजाब दे विच गैर पंजाबी ना आउण? उन्होंने तो राज्य सभा के मैंबर बनाते आ गैर पंजाबी, उन्होंने तो सारियां साडियां नौकरियां देतियां गैर पंजाबियों नूं। वो क्यों चाहणगे कि बिल पास होवे? ये तो काम भगवंत मान दा सी स्टैंड लैंदा कि जी नहीं ये मेरी स्टेट है, आ तो मैं बिल पास कराउणा ही कराउणा। ते असीं इदां दा रंगला पंजाब बना देंगे कि इत्थे अंग्रेज़ नौकरी लिया के पंजाबी ही नहीं इत्थे रहणगे, अंग्रेज़ां ने की आउणा? ਤੁਸੀਂ ਮੈਨੂੰ ਦੱਸੋ ਇਹਨਾਂ ਹਾਲਾਤਾਂ ਵਿੱਚ ਕਿਹੜਾ ਗੋਰਾ ਆਊਗਾ ਜੀ? ਤੁਸੀਂ ਦੱਸੋ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਵਾ, ਮਤਲਬ ਬਾਜ਼ਾਰ ਲੱਗੇ ਹੋਏ ਨੇ ਸ਼ਰੇਆਮ। कह रहे भी इन्होंने पिरत पाई सी, कालियां कांग्रेसियां ने, असीं साफ करने की कोशिश कर रहे हैं। कितनी देर कही जाणगे? केजरीवाल ਨੂੰ ਪਤਾ ਹੋਣਾ ਚਾਹੀਦਾ ਸੀ ਜਦੋਂ ਉਹਨੇ ਕਿਹਾ ਕਿ ਮੈਂ ਨਸ਼ਾ ਜਿਹੜਾ ਵਾ 3 ਮਹੀਨਿਆਂ 'ਚ ਖਤਮ ਕਰੂੰਗਾ। ਇਹ ਪਤਾ ਹੋਣਾ ਚਾਹੀਦਾ ਸੀ ਨਾ। ਪਾਵਰ ਚਾਹੀਦੀ ਹੈ। ਆਫਟਰ ਆਲ ਤੂੰ 7-8 ਸਾਲ ਤੋਂ ਚੀਫ ਮਿਨਿਸਟਰ ਰਿਹਾ ਵਾ। ਜਿਹੜਾ ਪੁਰਾਣੀਆਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਲੋਕਾਂ ਨੇ ਸਜ਼ਾ ਦਿੱਤੀ ਹੋਈ ਆ, ਜਾਂ ਤਾਂ ਫਿਰ ਹੱਥ ਖੜੇ ਕਰ ਦਿਓ, ਕਹੋ ਕਿ ਸਾਡੇ ਹੱਥ ਖੜੇ ਆ, ਸਾਨੂੰ ਸਜ਼ਾ, ਅਸੀਂ ਸਜ਼ਾ ਦੇ ਹੱਕਦਾਰ ਆ, ਗੱਲ ਮੁੱਕ ਗਈ ਹੈ। ਪਰ ਇਹ ਕਹੀ ਜਾਣਾ ਕਿ ਮਗਰਲਿਆਂ ਦਾ ਅਸੀਂ ਜੀ ਬੀਜ, ਮਗਰਲਿਆਂ ਦੇ ਬੀਜ ਬੀਜੇ ਹੋਣਗੇ। ਪਰ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ? ਅਸੀਂ ਕੋਈ ਨਫ਼ਰਤ ਨਹੀਂ ਫੈਲਾਉਂਦੇ, ਹਰਿਆਣੇ ਵਾਲੇ ਵੀ ਸਾਡੇ ਨੇ, ਰਾਜਸਥਾਨ ਵਾਲੇ ਵੀ ਸਾਡੇ ਨੇ, ਪਰ ਜੇ ਹਰਿਆਣੇ ਦੇ ਵਿੱਚ ਇਹ ਹੋਵੇ ਤਾਂ ਹਰਿਆਣਵੀ ਲੋਕਾਂ ਨੂੰ ਦੁੱਖ ਜ਼ਰੂਰ ਲੱਗੂਗਾ। ਠੀਕ ਹੈ, ਹਰਿਆਣੇ ਵਾਲੇ ਰਾਜਸਥਾਨ ਵਾਲੇ ਆਉਣ ਤਾਂ ਕੁਝ ਹੱਦ ਤੱਕ ਨੌਕਰੀਆਂ ਹੋਣ, ਕਿਉਂਕਿ ਇਹ ਪੰਜਾਬ ਆ ਤੇ ਪੰਜਾਬੀਆਂ ਦਾ ਪਹਿਲਾ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੌਲ। ਪੰਜਾਬੀਆਂ ਦੇ ਹੱਕਾਂ ਤੇ ਡਾਕਾ, ਪੰਜਾਬੀਆਂ ਨਾਲ ਧੱਕਾ ਜਾਂ ਪੰਜਾਬੀ ਨਲਾਇਕ, ਇਹਨਾਂ ਤਿੰਨਾਂ ਚਾਰਾਂ ਦੇ ਵਿੱਚੋਂ ਇੱਕ ਓਪੀਨੀਅਨ ਬਣਦਾ। ਜਦੋਂ ਕੋਈ ਲਿਸਟ ਆਉਂਦੀ ਹੈ ਨੌਕਰੀਆਂ ਦੀ ਪੰਜਾਬ ਦੇ ਵਿੱਚ ਤਾਂ ਦੇਖਿਆ ਜਾਂਦਾ ਕਿ ਬਹੁਤੇ ਪੰਜਾਬ ਤੋਂ ਬਾਹਰਲੇ ਹੁੰਦੇ ਨੇ। ਤਾਂ ਫਿਰ ਲੋਕ, ਵੱਖ-ਵੱਖ ਲੋਕ ਤੇ ਵੱਖ-ਵੱਖ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਆਖਦੇ ਨੇ ਕਿ ਪੰਜਾਬੀ ਨਲਾਇਕ ਨੇ ਨੌਕਰੀਆਂ ਨਹੀਂ ਲੈ ਪਾਉਂਦੇ, ਜਾਂ ਪੰਜਾਬੀਆਂ ਦੇ ਨਾਲ ਧੱਕਾ ਹੀ ਇੰਨਾ ਹੋ ਰਿਹਾ। ਬੀਤੇ ਦਿਨੀ ਪੰਜਾਬ ਪੁਲਿਸ ਦੇ ਜ਼ਿਲ੍ਹਾ ਕਾਡਰ ਦੀ ਸਬ ਇੰਸਪੈਕਟਰ ਦੀ ਇੱਕ ਲਿਸਟ ਆਈ, ਜਿਸ ਦੇ ਵਿੱਚ ਕਰੀਬ 90% ਪੰਜਾਬ ਤੋਂ ਬਾਹਰਲੇ ਕੈਂਡੀਡੇਟ ਸੀ, ਹਰਿਆਣੇ ਦੇ ਸੀ। ਜ਼ਿਲ੍ਹਾ ਮਾਨਸਾ ਦੀ ਲਿਸਟ ਸੀ ਉਹ। ਤੇ ਉਸ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਕਿ ਅਸਲ ਦੇ ਵਿੱਚ ਇਹ ਹੋ ਕਿਉਂ ਰਿਹਾ। ਹਰ ਕੋਈ ਕਹਿੰਦਾ ਕਿ ਜਦੋਂ ਅਸੀਂ ਆ ਗਏ
ਤਾਂ ਪੰਜਾਬ ਦੇ ਹੱਕ ਪੰਜਾਬੀਆਂ ਦੇ ਲਈ ਰਾਖਵੇਂ ਕਰ ਦਿੱਤੇ ਜਾਣਗੇ ਪੰਜਾਬ ਦੇ ਵਿੱਚ। ਪਰ ਹੁੰਦਾ ਕਿਉਂ ਨਹੀਂ? ਇਹ ਪ੍ਰੋਸੈਸ ਸਾਰਾ ਜਿਉਂ-ਤਿਉਂ ਕਿਉਂ ਚੱਲ ਰਿਹਾ? ਤਾਂ ਗੱਲਬਾਤ ਕਰਦੇ ਹਾਂ। ਸੁਖਪਾਲ ਸਿੰਘ ਖਹਿਰਾ ਮੇਰੇ ਨਾਲ ਨੇ। ਸਵਾਗਤ ਹੈ ਖਹਿਰਾ ਸਾਹਿਬ। ਹਾਂਜੀ, ਸ਼ੁਕਰੀਆ ਜੀ। ਜੀ ਖਹਿਰਾ ਸਾਹਿਬ, ਪਿਛਲੇ ਦਿਨੀ ਇੱਕ ਲਿਸਟ ਆਈ, ਹਾਲਾਂਕਿ ਉਹ ਇੱਕ ਜ਼ਿਲ੍ਹੇ ਦੀ ਸੀ, ਪਰ ਫਿਰ ਵੀ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ 7 ਦੇ ਵਿੱਚੋਂ 6 ਸਬ ਇੰਸਪੈਕਟਰ। ਦੇਖੋ, ਗੱਲ ਇਹ ਆ ਕਿ ਇਹ ਕਾਫੀ ਅਰਸੇ ਤੋਂ ਇਹ ਵਿਤਕਰਾ ਜਿਹਾ ਪੰਜਾਬ ਦੇ ਨੌਜਵਾਨਾਂ ਨਾਲ ਚੱਲ ਰਿਹਾ। ਇਹ ਇੱਕ ਕਾਰਨ ਆ ਕਿ ਜਿਹੜੇ ਸਾਡੇ ਨੌਜਵਾਨ ਮਾਯੂਸ ਹੋ ਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਆਪਣੀ ਸਟੇਟ 'ਚ ਕੋਈ ਮੌਕਾ ਨਹੀਂ ਮਿਲ ਰਿਹਾ। ਹੁਣ ਮਗਰਲੀਆਂ ਪਾਰਟੀਆਂ ਨੇ ਗਲਤੀਆਂ ਕੀਤੀਆਂ, ਲੋਕਾਂ ਨੇ ਸਜ਼ਾ ਦਿੱਤੀ। ਭਗਵੰਤ ਮਾਨ, ਕੇਜਰੀਵਾਲ ਕਹਿੰਦੇ ਅਸੀਂ ਇੱਕ ਮੁਕੰਮਲ ਤਬਦੀਲੀ ਲੈ ਕੇ ਆਵਾਂ, ਮਤਲਬ ਇੱਕ ਬਦਲਾਅ ਲੈ ਕੇ ਆਵਾਂਗੇ ਪੋਲਿਟਿਕ। ਇਹ ਬਦਲਾਅ ਦਾ ਹਿੱਸਾ ਸੀਗਾ, ਇਹ ਹੋਣਾ ਚਾਹੀਦਾ ਸੀਗਾ, ਪਰ ਮੇਰੇ ਹਿਸਾਬ ਨਾਲ ਹੋਇਆ ਇਹਦੇ ਉਲਟ ਆ। ਸਭ ਤੋਂ ਪਹਿਲਾਂ ਵਾਰੀ ਆਈ 7 ਰਾਜ ਸਭਾ ਦੇ ਮੈਂਬਰ ਚੁਣਨੇ ਸੀਗੇ। ਆਮ ਆਦਮੀ ਪਾਰਟੀ ਕੋਲ ਖੁੱਲਾ ਮੌਕਾ ਸੀਗਾ, 92 ਬੰਦੇ ਸੀਗੇ ਇਹਨਾਂ ਦੇ ਕੋਲ MLAs। ਇਹ ਪੰਜਾਬ ਦੇ ਕੋਈ ਅੱਛੇ ਐਜੂਕੇਸ਼ਨਿਸਟ, ਕੋਈ ਐਮੀਨੈਂਟ ਪਰਸਨੈਲਿਟੀਜ਼, ਜਿਹੜੇ ਲੋਕ ਵਿਦਵਾਨ ਨੇ, ਜਿਹੜੇ ਪਾਣੀਆਂ ਬਾਰੇ ਇਲਮ ਰੱਖਦੇ ਨੇ, ਜਿਹੜੇ ਪੰਜਾਬ ਦੇ ਧਾਰਮਿਕ ਮੁੱਦਿਆਂ ਬਾਰੇ, ਸਮਾਜਿਕ ਮੁੱਦਿਆਂ ਬਾਰੇ, ਉਹਨਾਂ ਨੂੰ ਨੋਮੀਨੇਟ ਕਰਦੇ। ਪਰ ਇਹਨਾਂ ਨੇ ਕੀਤਾ ਇਹਦੇ ਬਿਲਕੁਲ ਉਲਟ। ਬਹੁਤ ਸਾਰੇ ਰਾਜ ਸਭਾ ਦੇ ਮੈਂਬਰ ਹੀ ਬਾਹਰੋਂ ਦਿੱਲੀੋਂ ਗੈਰ ਪੰਜਾਬੀਆਂ ਨੂੰ ਚੱਕ ਕੇ ਇੱਥੇ ਲਿਆ ਕੇ ਦੇ ਦਿੱਤਾ। ਠੀਕ ਹੈ, ਉਸ ਤੋਂ ਬਾਅਦ ਜਦ ਮੌਕਾ ਆਉਂਦਾ ਕੋਈ ਇੰਪੋਰਟੈਂਟ ਪੋਜੀਸ਼ਨਸ, ਆਪਾਂ ਇੱਕ ਵਾਰੀ ਮਾਨਸਿਕਤਾ ਦੇਖੋ ਤੁਸੀਂ ਕਿ ਅਪਰੋਚ ਕਿੱਦਾਂ ਦੀ ਆਦਮੀ ਦੀ। ਹੁਣ ਪਿੱਛੇ ਇਹਨਾਂ ਨੇ ਇੱਕ ਰੱਖਣਾ ਸੀਗਾ ਰੇਰਾ ਦਾ ਚੇਅਰਮੈਨ, ਉਹ ਕੇਜਰੀਵਾਲ ਦਾ ਕੋਈ ਰਿਟਾਇਰਡ ਐਡੀਸ਼ਨਲ ਚੀਫ ਸੈਕਟਰੀ ਸੀ, ਕੋਈ ਬਾਬੂ, ਉਹਨੂੰ ਦਿੱਲੀੋਂ ਚੱਕ ਕੇ ਲਿਆ ਕੇ ਸਾਡੇ ਇੱਥੇ ਰੇਰਾ ਦਾ ਚੇਅਰਮੈਨ ਮੈਂਬਰ ਵੀ ਇਹਨਾਂ ਨੇ ਆਪਣਾ ਲਾਇਆ ਕੋਈ। ਉਹ ਬੜਾ ਇੰਪੋਰਟੈਂਟ ਇਸ਼ੂ ਆ, ਰੀਅਲ ਏਸਟੇਟ ਦਾ, ਸਾਰੀ ਅਪੀਲਸ ਉਹਦੇ ਕੋਲ ਲੱਗਦੀਆਂ ਨੇ। ਫਿਰ ਆ ਗਿਆ ਮੌਕਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਪਰਸਨ ਲਾਉਣਾ ਸੀਗਾ। ਕਿੱਡੀ ਇੰਪੋਰਟੈਂਟ ਪੋਜੀਸ਼ਨ ਆ। ਸਾਨੂੰ ਮਤਲਬ ਸਾਡਾ ਸਿਲੇਬਸ ਕੀ ਹੋਊਗਾ, ਬੱਚਿਆਂ ਨੂੰ ਪੰਜਾਬ ਦੇ ਬੱਚੇ ਪੜ੍ਹਨਗੇ ਕੀ, ਉਹ ਸਾਨੂੰ ਹੁਣ ਦਿੱਲੀੋਂ ਆਣ ਕੇ ਸਿਖਾ ਰਹੇ ਨੇ। ਕੋਈ ਬੀਬੀ ਬੇਦੀ ਲੈਂਦੀ ਇਹਨਾਂ ਨੇ, ਉਹਨੂੰ ਲਾਤਾ ਚੇਅਰਮੈਨ, ਇੱਥੇ ਆਣ ਕੇ ਲੈ ਕੇ ਚੇਅਰਪਰਸਨ। ਫਿਰ ਆਇਆ ਸਾਡਾ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਉਣਾ ਸੀ। ਇੱਕ ਪੈਨਲ ਬਣਿਆ ਹੋਇਆ ਸੀ ਜਿਹਦੇ ਚ ਪ੍ਰੋਫੈਸਰ ਬਲਜਿੰਦਰ ਸਿੰਘ ਨਿਊਕਲੀਅਰ ਮੈਡੀਸਨ ਦੇ ਨੇ, PGH ਹੈਡ ਆਫ ਡਿਪਾਰਟਮੈਂਟ ਰਹੇ ਨੇ। ਡਾਕਟਰ ਕੱਕੜ ਸੀ ਸ਼ਾਇਦ ਪਟਿਆਲੇ ਤੋਂ, ਜਾਂ 32 ਜਨਰਲ ਹਸਪੀਟਲ 32 ਸੈਕਟਰ ਦੇ ਪੰਜਾਬ ਦੇ ਡਾਕਟਰਸ ਬਹੁਤ ਅੱਛੇ ਸੀਗੇ। ਉਹ ਸਾਰੇ ਛੱਡ ਕੇ ਫਿਰ ਦਿੱਲੀੋਂ ਚੱਕ ਕੇ ਕੇਜਰੀਵਾਲ ਦੇ ਕਹਿਣ ਤੇ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ। ਹੁਣ ਸਬ ਇੰਸਪੈਕਟਰ ਤਾਂ ਲੱਗਣਗੇ ਜੀ। ਔਰ ਇਸ ਤੋਂ ਪਹਿਲਾਂ ਇੱਕ ਲਿਸਟ ਮੈਂ ਹੀ ਰਿਲੀਜ਼ ਕੀਤੀ ਸੀਗੀ, ਜਿਹੜੀ 404 ਵੈਟਰਨਰੀ ਅਫਸਰ ਰੱਖੇ ਪੰਜਾਬ ਦੇ ਵਿੱਚ, ਉਹਨਾਂ ਚੋਂ 404 ਤੋਂ 134 ਬਾਹਰ ਦੇ ਸੀ। ਬਿਲਕੁਲ, ਇੱਕ ਪੇਜ ਉਹਦਾ ਇਹੋ ਜਿਹਾ ਵੀ ਸੀ ਜਿੱਥੇ ਲੋਕਾਂ ਨੇ ਕਮੈਂਟ ਕੀਤਾ ਵੀ 25 50 ਕੋਈ ਪੰਜਾਬੀ ਲੱਭ ਕੇ ਦਿਖਾਓ। ਐਗਜ਼ੈਕਟਲੀ। ਸੋ ਹੋ ਕੀ ਰਿਹਾ ਵਾ ਅਸਲ ਵਿੱਚ, ਕਹਾਣੀ ਕੀ ਆ ਕਿ ਇਹ ਜਿਹੜੀ ਪੰਜਾਬ ਦੀ ਅਫਸਰਸ਼ਾਹੀ ਹੈ ਨਾ, ਜਿਹੜੀ ਬਿਊਰੋਕ੍ਰੇਸੀ ਜਿਹਨੂੰ ਕਹਿੰਦੇ, ਜਿਹੜੀ ਟੌਪ ਦੀ ਆਫਿਸਰਸ ਆ, ਇਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂਗਾ। ਪਹਿਲੀ ਗੱਲ ਤਾਂ ਇੱਕ ਸਿਸਟਮ ਇਸ ਕੰਟਰੀ ਦਾ ਹੈਗਾ IPS ਤੇ IAS, ਉਹ ਦੂਜੀਆਂ ਸਟੇਟਾਂ ਤੋਂ ਆਣ ਕੇ ਸਾਡੇ ਜ਼ਿਲ੍ਹਿਆਂ ਦੇ ਵਿੱਚ DC SSP 77 ਲੈਵਲ ਦੇ ਉੱਤੇ, ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂਗਾ। ਉਹਨਾਂ ਨੂੰ ਆਪਣਾ ਸਿਰਫ ਨੌਕਰੀ ਨਾਲ ਆ, ਤਨਖਾਹ ਨਾਲ ਆ, ਜਾਂ ਉੱਤੋਂ ਜਿਹੜੇ ਪੈਸੇ ਬਣਦੇ ਉਹਦੇ ਨਾਲ ਹੈਗਾ। ਅਗਰ ਪੰਜਾਬ ਦੇ ਅਫਸਰ ਹੁੰਦੇ ਤੇ ਪੰਜਾਬ ਦੇ ਨਾਲ ਪਿਆਰ ਕਰਦੇ, ਕੁਝ ਵੀ ਨਹੀਂਗਾ। ਤੁਸੀਂ ਇਹ ਕਹਿੰਦੇ ਨੇ, ਹੁਣ ਕੱਲ ਮੈਂ ਦੇਖ ਰਿਹਾ ਸੀਗਾ, ਕੋਈ ਦੇ ਰਹੇ ਸੀ ਕਲੈਰੀਫਿਕੇਸ਼ਨ ਕਿ ਜੀ ਅਸੀਂ ਪੰਜਾਬੀ ਰੱਖਦੇ ਹਾਂ 12ਵੀਂ, ਪੰਜਾਬੀ ਦਾ 12ਵੀਂ, ਔਰ ਕਈ ਵਾਰੀ ਨੌਕਰੀਆਂ 'ਚ ਕਹਿੰਦੇ ਨੇ ਤੁਸੀਂ ਪੰਜਾਬੀ, ਤੁਸੀਂ ਸਿਲੈਕਟ ਹੋ ਜਾਓ, 6 ਮਹੀਨਿਆਂ ਸਾਨੂੰ ਪੰਜਾਬੀ ਪਾਸ ਕਰਕੇ ਦਿਖਾ ਦੇਣਾ। ਉਹ ਤਾਂ ਪੰਜਾਬੀ ਦੇ ਪੇਪਰ ਪੈਸੇ ਦੇ ਕੇ ਦੂਜਿਆਂ ਨੂੰ ਬਿਠਾ ਕੇ ਨਕਲ ਦੇ ਕੇ ਜੋ ਮਰਜ਼ੀ ਕਰਵਾ ਲਓ ਤੁਸੀਂ। ਇਹਨਾਂ ਨੂੰ ਅਸਲ ਵਿੱਚ ਸ਼ਰਤ ਰੱਖਣੀ ਚਾਹੀਦੀ ਡੋਮਿਸਾਈਲ ਦੀ, ਕਿ ਇਹ ਨੌਕਰੀ ਸਿਰਫ ਉਹਨੂੰ ਜਾਊਗੀ ਜਿਹੜਾ ਪੰਜਾਬ ਦਾ ਬਸ਼ਰ ਹੈ, ਪੰਜਾਬ ਦੇ ਵਿੱਚ ਪੈਦਾ ਹੋਇਆ ਵਾ, ਪੰਜਾਬ ਦਾ ਬਸ਼ਿੰਦਾ ਵਾ, ਪੱਕਾ ਰੈਜ਼ੀਡੈਂਟ ਹੈ। ਇਹ ਤਾਂ ਕਰਕੇ ਕੁਝ ਬਚਾਅ ਹੋਊਗਾ। ਇਸ ਕਰਕੇ ਇਹ ਬੜੀ ਮਾੜੀ ਗੱਲ ਆ, ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਤੇ ਬਹੁਤ ਬੁਰੀ ਤਰ੍ਹਾਂ ਨਾਲ ਐਕਸਪੋਜ਼ ਹੈ। ਉਹ ਤੋਂ ਪਹਿਲਾਂ PSPCL ਦੀ ਵੀ ਨੌਕਰੀਆਂ ਆਈਆਂ ਸੀ ਲਾਈਨਮੈਨਾਂ ਦੀਆਂ, ਉਹ ਵੀ ਸਾਰੀਆਂ ਬਾਹਰਲੇ ਸੂਬਿਆਂ ਨੂੰ ਸੀ। ਹਾਂ, ਇਹਦੇ ਚ ਇਹ ਸਾਡੇ ਨੌਜਵਾਨਾਂ ਨਾਲ ਬਹੁਤ ਭਾਰੀ ਵਿਤਕਰਾ, ਇਹ ਹਾਈਲੀ ਕੰਡੈਮਨੇਬਲ ਹੈ। ਔਰ ਮੈਂ ਨਹੀਂ ਕਹਿੰਦਾ ਕਿ ਕੋਈ ਮੈਂ ਕਿਸੇ ABC ਨੂੰ ਨਹੀਂ ਕਰ ਰਿਹਾ, ਮੈਂ ਤਾਂ ਕਹਿੰਦਾ ਕਿ ਇਹਦੇ ਚ ਬੜੇ ਸਿੰਪਲ ਤਰੀਕੇ ਦੇ ਨਾਲ ਕੁਝ ਸ਼ਰਤਾਂ ਰੱਖ ਕੇ, ਜਿੱਦਾਂ ਹਿਮਾਚਲ ਤੁਸੀਂ ਨੌਕਰੀ ਲੈ ਕੇ ਦਿਖਾ ਦਿਓ ਮੈਨੂੰ ਕਿਸੇ ਹੋਰ ਸਟੇਟ ਦੇ ਵਿੱਚ, ਪੰਜਾਬ ਦੇ ਬੱਚਿਆਂ ਨੂੰ, ਇੱਥੋਂ ਦੇ ਰਹਿਣ ਵਾਲਿਆਂ ਨੂੰ, ਦੇ ਵਿਲ ਨੈਵਰ ਬੀ ਏਬਲ ਟੂ ਟੇਕ। ਇਹ ਕਰਨਾ ਜ਼ਰੂਰੀ ਜੀ। ਪਰ ਜੋ ਤੁਸੀਂ ਪੰਜਾਬ ਪੁਲਿਸ ਦੀ ਗੱਲ ਕੀਤੀ, ਪੰਜਾਬ ਪੁਲਿਸ ਦਾ ਖਾਸ ਕਰ ਇੱਕ ਬਾਹਰ ਦੀ ਕੰਪਨੀ ਆ, ਉਹ ਪੇਪਰ ਲੈ ਰਹੀ ਆ, ਉਹਦੇ ਵਿੱਚ ਕੀ ਆ, ਜਿਹੜਾ ਪੰਜਾਬੀ ਦਾ ਪੋਰਸ਼ਨ ਆ, ਉਹ ਇਹ ਸਵਾਲ ਆਉਂਦਾ ਵੀ ਵੀਰਵਾਰ ਤੇ ਸ਼ਨੀਵਾਰ ਦੇ ਵਿਚਾਲੇ ਕਿਹੜਾ ਦਿਨ ਆਉਂਦਾ। ਤਾਂ ਪੰਜਾਬ ਤੋਂ ਬਾਹਰ ਜਿਹੜਾ ਗੈਰ ਪੰਜਾਬੀ ਆ ਬਹੁਤ ਸੌਖਿਆਂ ਦੱਸ ਦੂ, ਪਰ ਜਦੋਂ ਨੈਸ਼ਨਲ ਲੈਵਲ ਦੀ GK ਪਾਉਣੀ ਹੁੰਦੀ ਆ ਤਾਂ ਕਹਿੰਦੇ ਉਹ ਪਾਈ ਜਾਂਦੀ ਆ ਜਿਹੜੀ ਪੰਜਾਬ ਤੋਂ ਬਾਹਰਲੇ ਹੀ ਹੱਲ ਕਰਨ, ਮਤਲਬ ਉਹਦਾ ਲੈਵਲ ਟਫ ਰੱਖਿਆ। ਸੋ ਦੈਟਸ ਵਾਟ ਆਈ ਐਮ ਸੇਇੰਗ ਨਾ, ਕਿ ਇਹ ਸਾਰਾ ਮੈਨੂਪੂਲੇਟ ਵੀ ਹੋ ਰਿਹਾ ਵਾ, ਉਹਨਾਂ ਨੂੰ ਫਾਇਦਾ ਦਿੱਤਾ ਜਾ ਰਿਹਾ ਵਾ, ਪੰਜਾਬ ਦੇ ਨੌਜਵਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ, ਬਜਾਏ ਆਪਾਂ ਇਹ ਕਹਿਣਾ ਕਿ ਸਾਨੂੰ ਪੇਪਰ ਇਸ ਤਰ੍ਹਾਂ ਦਾ ਸੈੱਟ ਕਰੋ ਜੀ, ਇਹਦੇ ਚ ਪੰਜਾਬ ਸਖਤ ਹੋਵੇ। ਆਪਾਂ ਤੁਸੀਂ ਸਿੱਧਾ ਲਾ ਹੀ ਦਿਓ ਕਿ ਜਿਹੜਾ ਪੰਜਾਬ ਦਾ ਜੰਪਲ ਆ ਉਹਨੂੰ ਉਹ ਪੰਜਾਬ ਦੀ ਨੌਕਰੀ ਮਿਲੋ। ਔਰ ਇਹਦੇ ਚ ਮੈਂ ਹੁਣ ਅੱਗੇ ਗੱਲ ਇੱਕ ਗਗਨ ਐਡ ਕਰਨਾ ਚਾਹੁੰਦਾ, ਇੱਥੇ ਆਉਂਦੀ ਬੜੀ ਇੰਪੋਰਟੈਂਟ ਸਿਚੁਏਸ਼ਨ
ਕਿ ਪੰਜਾਬ ਦੀ ਪਹਿਲੀ ਗੱਲ ਤਾਂ ਆਪਾਂ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੀ ਹੋਂਦ ਕਿੱਦਾਂ ਬਚਾਵਾਂਗੇ, ਕਿਉਂਕਿ ਜਿਸ ਵੱਡੇ ਪੈਮਾਨੇ ਤੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਨੇ, ਲੱਖਾਂ ਦੀ ਤਾਦਾਦ ਵਿੱਚ ਸਾਡੇ ਸਾਰੇ ਹਾਇਰ ਐਜੂਕੇਸ਼ਨ ਦੇ ਕਾਲਜਸ ਖਾਲੀ ਹੋਏ ਨੇ। ਉਹ ਜਿੰਨੇ ਉਹ ਜਦੋਂ ਬਾਹਰ ਜਾਂਦੇ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਗੈਰ ਪੰਜਾਬੀ ਪੋਪੂਲੇਸ਼ਨ ਬਹੁਤ ਤੇਜ਼ੀ ਨਾਲ ਪੰਜਾਬ 'ਚ ਆ ਰਹੀ ਹੈ। ਸਾਰੇ ਸ਼ਹਿਰਾਂ ਦੇ ਜਿਹੜਾ ਇਰਦ ਗਿਰਦ ਹੈਗਾ ਉਹ ਸਾਰੀ ਗੈਰ ਪੰਜਾਬੀ ਵਸੋਂ ਆ, ਪਿੰਡਾਂ ਦੇ ਵਿੱਚ ਗੈਰ ਪੰਜਾਬੀ ਵਸੋਂ ਆ। ਪਿੰਡਾਂ ਦੇ ਸਰਕਾਰੀ ਸਕੂਲ ਨੂੰ ਜਾ ਕੇ ਰੈਂਡਮਲੀ ਚੈੱਕ ਕਰੋ, 35-40% ਬੱਚੇ ਜਿਹੜੇ ਨੇ ਉਹ ਗੈਰ ਪੰਜਾਬੀਆਂ ਦੇ ਪੰਜਾਬ 'ਚ ਵੜਨ। ਅਸੀਂ ਕਿਸੇ ਦੇ ਖਿਲਾਫ ਨਹੀਂ ਗੇ, ਉਹ ਆਉਣ ਪੰਜਾਬ ਦੇ ਵਿੱਚ ਕਮਾਈ ਕਰਨ, ਪੈਸੇ ਲੈਣ, ਆਪਣੇ ਪਰਿਵਾਰਾਂ ਨੂੰ ਯੂਪੀ ਬਿਹਾਰ ਵਿੱਚ ਪੈਸੇ ਵਾਪਸ ਭੇਜਣ, ਨੋ ਪ੍ਰੋਬਲਮ। ਪਰ ਇੱਥੇ ਦਾ ਪੱਕਾ ਬਸ਼ਿੰਦਾ ਬਣ ਜਾਣਾ ਉਦਾਂ ਹੀ ਡਾਇਰੈਕਟਲੀ ਆਣ ਕੇ, ਦਿਸ ਇਜ਼ ਅਨਐਕਸੈਪਟੇਬਲ। ਤਾਂ ਇਹਦੇ ਲਈ ਮੈਂ ਇੱਕ ਬਿੱਲ ਪ੍ਰਪੋਜ਼ ਕੀਤਾ ਸੀਗਾ ਜਿਹੜਾ ਕੁਲਤਾਰ ਸਿੰਘ ਸੰਧਵਾਂ ਦੇ ਟੇਬਲ ਤੇ ਅੱਜ ਵੀ ਪਿਆ ਹੈ। ਜਨਵਰੀ 'ਚ ਦਿੱਤਾ ਉਹਨੂੰ, ਸੋਚਿਆ ਸੀ ਕਿ ਬਜਟ ਸੈਸ਼ਨ 'ਚ ਲਾਉਣਗੇ। ਔਰ ਇਹ ਕਾਨੂੰਨ ਅਸੀਂ ਪਹਿਲਾਂ ਨਹੀਂ ਕਹਿ ਰਹੇ ਕਿ ਸਾਡਾ ਬਣਾ ਕੇ ਦਿਓ ਜੀ, ਕੋਈ ਅਸੀਂ ਭਾਰਤ ਤੋਂ ਅਲੱਗ ਗੱਲ ਨਹੀਂ ਕਰ ਰਹੇ। ਅਸੀਂ ਕਹਿ ਰਹੇ ਕਿ ਜਿਹੜਾ ਇਹ ਕਾਨੂੰਨ ਹਿਮਾਚਲ ਪ੍ਰਦੇਸ਼ ਵਿੱਚ ਬਣਿਆ ਹੋਇਆ 1972 ਦਾ, ਜਿਹੜਾ ਕਾਨੂੰਨ ਰਾਜਸਥਾਨ ਤੇ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ 'ਚ ਬਣਿਆ ਕਿ ਕੋਈ ਵੀ ਆਦਮੀ ਆਣ ਕੇ ਡਾਇਰੈਕਟਲੀ ਵੋਟਰ ਨਹੀਂ ਬਣ ਸਕਦਾ, ਕੋਈ ਵੀ ਆਦਮੀ ਆਣ ਕੇ ਡਾਇਰੈਕਟਲੀ ਐਗਰੀਕਲਚਰ ਦਾ ਮਾਲਕ ਨਹੀਂ ਬਣ ਸਕਦਾ। ਤੁਸੀਂ ਆਹ ਸ਼ਰਤਾਂ ਪੂਰੀਆਂ ਕਰੋ, ਫਿਰ ਤੁਸੀਂ ਆਣ ਕੇ ਜੀ ਸੱਦ ਕੇ ਭਾਵੇਂ ਜ਼ਮੀਨ ਖਰੀਦੋ, ਭਾਵੇਂ ਇੰਡਸਟਰੀ ਲਾਓ। ਲੇਕਿਨ ਇਹਨਾਂ ਨੇ, ਆਮ ਆਦਮੀ ਪਾਰਟੀਆਂ ਨੇ ਉਹ ਵੀ ਨਹੀਂ ਕੀਤਾ। ਉਹਦੇ ਨਾਲ ਕੀ ਹੋ ਰਿਹਾ ਵਾ ਕਿ ਅਗਰ ਆਪਾਂ ਇਹ ਯਤਨ ਨਾ ਕੀਤਾ ਤੇ ਅਗਲੇ 15-20 ਸਾਲਾਂ ਦੇ ਵਿੱਚ ਜਿਹੜੇ ਪੰਜਾਬ ਦੇ ਪੰਜਾਬੀ ਨੇ ਜਾਂ ਸਿੱਖ ਕਹਿ ਲਓ, ਇਹ ਆਪਣੇ ਆਪ 'ਚ ਘੱਟ ਗਿਣਤੀ 'ਚ ਹੋ ਜਾਣਗੇ। ਆ ਤੁਹਾਨੂੰ ਪੱਗਾਂ ਮੁੜ ਕੇ 15-20 ਸਾਲ ਬਾਅਦ ਦਿਸਣੀਆਂ ਨਹੀਂ, ਕਿਉਂਕਿ ਪੱਗਾਂ ਤਾਂ ਸਾਰੀਆਂ ਜਾ ਰਹੀਆਂ ਕੈਨੇਡਾ ਨੂੰ। ਇੱਥੇ ਕੌਣ ਆ ਰਹੇ ਨੇ? ਇੱਥੇ ਸਾਰੇ ਗੈਰ ਪੰਜਾਬੀ ਆ ਰਹੇ ਨੇ। ਸੋ ਇਹ ਬੜੀ ਇੱਕ ਆਈਡੈਂਟੀਟੀ ਕ੍ਰਾਈਸਿਸ ਹੈ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਡੈਮੋਗ੍ਰਾਫਿਕਸ ਚੇਂਜਸ। ਔਰ ਕੁਝ ਲੋਕ ਕਹਿੰਦੇ ਨੇ ਕਿ ਜੀ ਤੁਸੀਂ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀ ਨਾ ਹੋਣ, ਫਿਰ ਤਾਂ ਤੁਹਾਨੂੰ ਕੈਨੇਡਾ ਵਾਲੇ ਵੀ ਕਿਉਂ ਲੈਣ ਜੀ। ਅੰਡਰਸਟੈਂਡ ਵਨ ਪ੍ਰਿੰਸੀਪਲ ਡਿਫਰੈਂਸ, ਉਹ ਇਹ ਆ ਕਿ ਕੈਨੇਡਾ ਦੀ ਓਰੀਜਨਲ ਪੋਪੂਲੇਸ਼ਨ ਕਿਤੇ ਨਹੀਂ ਜਾ ਰਹੀ, ਉੱਥੇ ਹੀ ਆ। ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ, ਉਹਨਾਂ ਕੋਲ ਘੱਟ ਆ, ਉਹਨਾਂ ਕੋਲ ਲੈਂਡ ਮਾਸ ਬਹੁਤ ਜ਼ਿਆਦਾ ਵਾ ਇਲਾਕਾ, ਉਹਨਾਂ ਨੂੰ ਕੰਮ ਕਰਨ ਵਾਲੇ ਚਾਹੀਦੇ। ਉਹ ਚਾਈਨਾ ਤੋਂ ਵੀ ਲੈ ਰਹੇ ਨੇ, ਉਹ ਇੰਡੀਆ ਤੋਂ ਵੀ ਲੈ ਰਹੇ ਨੇ, ਉਹ ਬੰਗਲਾਦੇਸ਼ ਤੋਂ ਵੀ। ਪਰ ਜੇ ਜਾ ਰਿਹਾ ਇੱਕ ਬੰਦਾ 25 ਲੱਖ ਵੀ ਤਾਂ ਨਾਲ ਲੈ ਕੇ ਜਾ ਰਿਹਾ ਨਾ, ਉਹ ਕੀ ਕਹਿੰਦੇ ਹੁੰਦੇ ਆ ਕਿ ਉਹ ਇੱਕ ਡਬਲ ਇੰਪੈਕਟ ਹੈ ਜੀ। ਇੱਕ ਤਾਂ ਸਾਡੇ ਬੱਚੇ ਜਾ ਰਹੇ ਨੇ, ਇਕਨੋਮੀ ਜਾ ਰਹੀ ਹੈ ਸਾਡੀ। ਔਰ ਮੈਂ ਜਿਹੜੀ ਗੱਲ ਪਹਿਲਾਂ ਐਕਸਪਲੇਨ ਕਰ ਲਾਂ ਤਾਂ ਕੁਝ ਲੋਕ ਕਹਿੰਦੇ ਜੀ ਕਿ ਆਪਾਂ ਤਾਂ ਫਿਰ ਜੇ ਕੈਨੇਡਾ ਵੀ ਬੰਦ ਕਰ ਦੂਗਾ, ਨਹੀਂ। ਕੈਨੇਡਾ ਦੀ ਓਰੀਜਨਲ ਪੋਪੂਲੇਸ਼ਨ ਉੱਥੇ ਹੀ ਹੈ, ਪੰਜਾਬ ਦੀ ਓਰੀਜਨਲ ਪੋਪੂਲੇਸ਼ਨ ਸ਼ਿਫਟ ਹੋ ਰਹੀ ਹੈ। ਹੁਣ ਆ ਗਈ ਤੁਹਾਡੇ ਵਾਲੀ ਗੱਲ ਕਿ ਨਾਲ ਇਕਨੋਮੀ ਇਰੋਡ ਹੋ ਰਹੀ ਹੈ। ਫਰਜ਼ ਕਰੋ ਇੱਕ ਬੱਚਾ, ਇੱਕ ਤਾਂ ਪਹਿਲੀ ਗੱਲ ਸਾਡਾ ਜੋ ਬੱਚਾ ਪਾਲਦੇ ਆ ਉਹਦੇ ਸਟੇਟ ਦਾ ਖਰਚਾ ਆਉਂਦਾ, ਉਹਨੂੰ ਪੜਾਉਣਾ ਲਿਖਾਉਣਾ, ਉਹਨੂੰ ਉਹਦਾ ਪਾਲਣ ਪੋਸ਼ਣ ਐਟਸੈਟਰਾ। ਔਰ ਜਦੋਂ ਉਹ ਪੂਰਾ ਪਲ ਜਾਂਦਾ, ਵਧੀਆ ਤਿਆਰ ਹੋ ਜਾਂਦਾ ਟੂ ਵਰਕ ਫॉर द ਸਟੇਟ, ਵੈਦਰ ਇਨ ਦ ਪ੍ਰਾਈਵੇਟ ਸੈਕਟਰ ਔਰ ਇਨ ਦ ਗਵਰਨਮੈਂਟ ਸੈਕਟਰ, ਉਹਨੂੰ ਉਹ ਬਾਹਰ ਚਲ ਜਾਂਦਾ। ਔਰ ਹਰ ਬੱਚਾ 20 ਤੋਂ 25 ਲੱਖ ਰੁਪਇਆ ਨਾਲ ਲੈ ਕੇ ਜਾਂਦਾ। ਤੁਸੀਂ ਐਂ ਕਰੋ, ਜ਼ਿਆਦਾ ਨਾ ਕਰੋ, ਲੱਖ ਬੱਚੇ ਦਾ ਕੈਲਕੂਲੇਟ ਕਰਕੇ ਦੱਸੋ ਮੈਨੂੰ। ਜੇ 1 ਲੱਖ ਬੱਚਾ 20 ਤੋਂ 25 ਲੱਖ ਰੁਪਇਆ ਨਾਲ ਲੈ ਕੇ ਜਾਊਗਾ ਤੇ ਕਿੱਥੇ ਗੱਲ ਜਾਂਦੀ ਪੰਜਾਬ ਦੀ। ਤਾਂ ਇਉਂ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਭਾਅ ਕ੍ਰੈਸ਼ ਕਰ ਗਏ ਨੇ। ਪੰਜਾਬ ਦੇ ਵਿੱਚ ਪਿੰਡ ਦੀ ਜ਼ਮੀਨ ਦਾ ਕੋਈ ਖਰੀਦਦਾਰ ਨਹੀਂਗਾ, ਉਹ ਖਤਮ ਹੋ ਚੁੱਕੀ ਆ ਜ਼ਮੀਨ। ਉਹਦਾ ਲੋਕੀ ਕਹੀ ਜਾਂਦੇ ਸਾਡੇ 20 ਲੱਖ ਨੂੰ 25 ਲੱਖ ਨੂੰ ਕੀਮਤ ਆ, ਬਾਇਰ ਕੋਈ ਨਹੀਂਗਾ। ਸੋ ਇਸ ਕਰਕੇ ਇਹ ਬਹੁਤ ਜ਼ਿਆਦਾ ਸੀਰੀਅਸ ਇਸ਼ੂ ਆ। ਇਹ ਜਿਹੜਾ ਨੌਕਰੀਆਂ ਤੇ ਇਹ ਬਾਹਰ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਜਾਣਾ, ਇਹ ਇੰਟਰਕਨੈਕਟਡ ਇਸ਼ੂ ਆ। ਫਿਰ ਇੱਕ ਮੈਨੂੰ ਲੱਗਦਾ ਪੰਜਾਬੀ ਹੀ ਨਹੀਂ ਇੱਥੇ ਰਹਿਣਗੇ, ਅੰਗਰੇਜ਼ਾਂ ਨੇ ਕੀ ਆਉਣਾ? ਜਾਂ ਫਿਰ ਇਹ ਆ ਵੀ ਪੰਜਾਬੀਆਂ ਨੂੰ ਨੌਕਰੀਆਂ ਨਾ ਦਿਓ, ਹਰਿਆਣਾ ਆ ਗਏ, ਹੁਣ ਅੱਗੇ ਫਿਰ ਅਸੀਂ ਦਿੱਲੀ ਬਾਇਆ ਦਿੱਲੀ ਹੋ ਕੇ ਅਸੀਂ ਅੰਗਰੇਜ਼ਾਂ ਤੱਕ ਪਹੁੰਚ। ਉਹ ਤਾਂ ਦੇਖੋ ਭਗਵੰਤ ਮਾਨ ਦਾ ਇੱਕ ਮਜ਼ਾਕ ਸੀਗਾ ਕਿ ਅਸੀਂ ਇਦਾਂ ਦਾ ਰੰਗਲਾ ਪੰਜਾਬ ਬਣਾ ਦੇਾਂਗੇ ਕਿ ਇੱਥੇ ਅੰਗਰੇਜ਼ ਨੌਕਰੀ ਲਿਆ ਕੇ। ਉਹ ਬਿਕੋਜ਼ ਹੀ ਇਜ਼ ਬੇਸਿਕਲੀ ਅ ਕਮੇਡੀਅਨ। ਉਹਨੂੰ ਹਰ ਗੱਲ ਉਹਨੂੰ ਸੁਲਝਦੀ ਇਸ ਤਰੀਕੇ ਨਾਲ ਹੈ ਕਿ ਉਹਨੇ ਕੋਈ ਨਾ ਕੋਈ ਇਦਾਂ ਦਾ ਟੋਟਕਾ ਛੱਡਣਾ ਹੁੰਦਾ ਵਾ। ਤੁਸੀਂ ਮੈਨੂੰ ਦੱਸੋ ਇਹਨਾਂ ਹਾਲਾਤਾਂ ਵਿੱਚ ਕਿਹੜਾ ਗੋਰਾ ਆਊਗਾ ਜੀ? ਤੁਸੀਂ ਦੱਸੋ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਵਾ, ਮਤਲਬ ਬਾਜ਼ਾਰ ਲੱਗੇ ਹੋਏ ਨੇ ਸ਼ਰੇਆਮ, ਔਰਤਾਂ ਵਿਚਾਰੀਆਂ ਕੈਰੀਅਰਸ ਬਣੀਆਂ, ਲੜਕੀਆਂ ਉਹਦਾ ਸ਼ਿਕਾਰ ਹੋ ਗਈਆਂ। ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਬੱਚੇ ਨਹੀਂ ਮਰਦੇ। ਪਰ ਉਹ ਕਹਿ ਰਹੇ ਵੀ ਇਹਨਾਂ ਨੇ ਪਿਰਤ ਪਾਈ ਸੀ, ਕਾਲੀਆਂ ਕਾਂਗਰਸੀਆਂ ਨੇ, ਅਸੀਂ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿੰਨੀ ਦੇਰ ਕਹੀ ਜਾਣਗੇ? ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਸੀ ਜਦੋਂ ਉਹਨੇ ਕਿਹਾ ਕਿ ਮੈਂ ਨਸ਼ਾ ਜਿਹੜਾ ਵਾ 3 ਮਹੀਨਿਆਂ 'ਚ ਖਤਮ ਕਰੂੰਗਾ। ਇਹ ਪਤਾ ਹੋਣਾ ਚਾਹੀਦਾ ਸੀ ਨਾ। ਆਫਟਰ ਆਲ ਤੂੰ 7-8 ਸਾਲ ਤੋਂ ਚੀਫ ਮਿਨਿਸਟਰ ਰਿਹਾ ਵਾ। ਤੁਸੀਂ 3 ਮਹੀਨੇ ਕਿਹਾ ਕੋਈ ਗੱਲ ਨਹੀਂ, ਅਸੀਂ 6 ਦਿੱਤੇ, ਅਸੀਂ 6 ਦੇ 12 ਦਿੱਤੇ, ਅਸੀਂ 12 ਦੇ 18 ਦਿੱਤੇ। ਹੋਰ ਕਿੰਨਾ ਟਾਈਮ ਚਾਹੀਦਾ? ਇਹੀ ਕਹੀ ਜਾਣਾ ਕੋਣ ਵੀ ਜਿਹੜਾ ਪੁਰਾਣੀਆਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਲੋਕਾਂ ਨੇ ਸਜ਼ਾ ਦਿੱਤੀ ਹੋਈ ਆ। ਜਾਂ ਤਾਂ ਫਿਰ ਹੱਥ ਖੜੇ ਕਰ ਦਿਓ, ਕਹੋ ਕਿ ਸਾਡੇ ਹੱਥ ਖੜੇ ਆ, ਸਾਨੂੰ ਸਜ਼ਾ, ਅਸੀਂ ਸਜ਼ਾ ਦੇ ਹੱਕਦਾਰ ਆ, ਗੱਲ ਮੁੱਕ ਗਈ ਹੈ। ਪਰ ਇਹ ਕਹੀ ਜਾਣਾ ਕਿ ਮਗਰਲਿਆਂ ਦਾ ਅਸੀਂ ਜੀ ਬੀਜ, ਮਗਰਲਿਆਂ ਦੇ ਬੀਜ ਬੀਜੇ ਹੋਣਗੇ। ਪਰ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ? ਔਰ ਇਹਨਾਂ ਦੀਆਂ ਜੇਲ੍ਹਾਂ ਵਿੱਚ ਨਸ਼ਾ, ਮਤਲਬ ਮੀਡੀਆ ਨੇ ਸਾਰਾ ਐਕਸਪੋਜ਼ ਕਰਤਾ। ਮੇਰੇ ਖਿਆਲ ਮੈਂ ਇੰਟਰਵਿਊ ਸੁਣ ਰਿਹਾ ਸੀ ਕਿਸੇ ਨੌਜਵਾਨ ਦੀ, ਮਾਨਸਾ ਤੋਂ, ਕੋਈ ਜੇਲ੍ਹ ਤੋਂ, ਹਾਂਜੀ ਕੋਈ ਜੇਲ੍ਹ ਤੋਂ ਆਇਆ ਸੀਗਾ। ਉਹਨੇ ਦੱਸਤਾ ਸਾਰਾ ਕੁਝ ਕਿ ਕਿੱਦਾਂ ਜੇਲ੍ਹ ਵਿੱਚ ਕਿੰਨੇ ਡਰੱਗਸ ਮਹਿੰਗੇ ਮਿਲਦੇ ਨੇ, ਕਿੱਦਾਂ ਉੱਥੇ ਨਸ਼ਾ ਚੱਲਦਾ ਸ਼ਰੇਆਮ, ਕਿੰਨਾ ਰਿਸ਼ਵਤਖੋਰੀ ਆ, ਤੇ ਜੇਲ੍ਹ ਮਿਨਿਸਟਰ ਭਗਵੰਤ ਮਾਨ ਆ ਪਿਆ। ਸੋ ਐਵੇਂ ਹਰ ਰੋਜ਼, ਕੱਲ ਮੈਂ ਦੇਖ ਰਿਹਾ ਸੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇ ਰਿਹਾ ਸੀ, ਕੋਈ ਐਵੇਂ
ਬੇਸਿਕਲੀ ਇੱਕ ਮਜ਼ਾਕ ਬਣਿਆ ਹੋਇਆ। ਚੀਫ ਮਿਨਿਸਟਰ ਨਹੀਂਗਾ, ਮਤਲਬ ਚੀਫ ਮਿਨਿਸਟਰ ਜਿਹੜਾ ਬਹੁਤ ਸੀਰੀਅਸ ਇਸ਼ੂ ਆ, ਉਹਨੂੰ ਕੋਈ ਜ਼ਰੂਰੀ ਨਹੀਂਗਾ ਕਿ ਉਹ ਰੋਜ਼ਮर्रा ਆਣ ਕੇ ਮੀਡੀਆ ਦੇ ਸਾਹਮਣੇ ਕੋਈ ਚੁਟਕਲੇ ਸੁਣਾਵੇ। ਉਹਦਾ ਕੰਮ ਹੈਗਾ ਟੂ ਰਨ ਦੀ ਸਟੇਟ ਪ੍ਰੋਪਰਲੀ, ਅਪਰੋਪਰੀਏਟਲੀ, ਕਿ ਕਿੱਥੇ ਕਿੱਥੇ ਕੀ ਉਹਦੇ ਜਿਹੜੇ ਪੋਲਿਸੀ ਡਿਸੀਜਨਸ ਉਹਨੇ ਲੈਣੇ ਨੇ ਜਿਹਦਾ ਇੰਪੈਕਟ ਆਣ ਕੇ ਭਵਿੱਖ ਦੇ ਬੱਚਿਆਂ ਦੇ ਉੱਤੇ ਤੇ ਭਵਿੱਖ ਪੰਜਾਬ ਤੇ ਪੈਂਦਾ। ਖੈਰ ਸਾਹਿਬ, ਆਪਾਂ ਨੌਕਰੀਆਂ ਤੇ ਰਹੀਏ, ਤੁਸੀਂ ਕੀ ਇੱਕ ਕਾਨੂੰਨੀ ਤੇ ਕੀ ਵਿਧਾਨਕ ਪ੍ਰਕਿਰਿਆ ਜਿਹੜੀ ਤੁਸੀਂ ਬਿੱਲ ਪ੍ਰਪੋਜ਼ ਕੀਤਾ ਹੋਇਆ, ਕਿਉਂ ਨਹੀਂ ਪੰਜਾਬ ਸਰਕਾਰ ਕਰ ਰਹੀ? ਪੰਜਾਬ ਸਰਕਾਰ ਨਹੀਂ ਕਰ ਸਕਦੀ ਜਾਂ ਕੇਂਦਰ ਦੇ ਹੱਥ ਕੁਝ ਐਸਾ ਹੈ ਕਿ ਪੰਜਾਬ ਸਰਕਾਰ ਦੇ ਰਾਹ 'ਚ ਕੋਈ ਅੜਚਣਾ ਹੈਗੀਆਂ ਨੇ, ਰੋੜਾ ਹੈ? ਜਿਹੜਾ ਮੈਂ ਬਿੱਲ ਪੇਸ਼ ਕੀਤਾ ਨਾ, ਉਹ ਬੇਸਿਕਲੀ ਉਹ ਕੀ ਕਰਦਾ ਵਾ ਕਿ ਉਹ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ, ਪੱਗ ਨੂੰ ਬਚਾਉਣ ਦਾ ਇੱਕ ਬਿੱਲ ਆ। ਅਗਰ ਉਹ ਬਿੱਲ ਪਾਸ ਹੋ ਜਾਂਦਾ ਤਾਂ ਸਾਡੇ ਅੱਜ ਤੋਂ ਬਾਅਦ ਕੋਈ ਵੀ ਬਾਹਰੋਂ ਆਣ ਕੇ ਪੱਕਾ ਵੋਟਰ ਨਹੀਂ ਬਣ ਸਕਦਾ, ਖਰੀਦਦਾਰ ਨਹੀਂ ਬਣ ਸਕਦਾ। ਹੁਣ ਇਹ ਬਿੱਲ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਕੰਟਰੋਲ ਦਿੱਲੀ ਦੇ ਹੱਥ 'ਚ। ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਕਿਉਂ ਚਾਹਣਗੇ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀ ਨਾ ਆਉਣ? ਉਹਨਾਂ ਨੇ ਤਾਂ ਰਾਜ ਸਭਾ ਦੇ ਮੈਂਬਰ ਬਣਾਤੇ ਆ ਗੈਰ ਪੰਜਾਬੀ, ਉਹਨਾਂ ਨੇ ਤਾਂ ਸਾਰੀਆਂ ਸਾਡੀਆਂ ਨੌਕਰੀਆਂ ਦਿੱਤੀਆਂ ਗੈਰ ਪੰਜਾਬੀਆਂ ਨੂੰ। ਉਹ ਕਿਉਂ ਚਾਹਣਗੇ ਕਿ ਬਿੱਲ ਪਾਸ ਹੋਵੇ? ਇਹ ਤਾਂ ਕੰਮ ਭਗਵੰਤ ਮਾਨ ਦਾ ਸੀ ਸਟੈਂਡ ਲੈਂਦਾ ਕਿ ਜੀ ਨਹੀਂ, ਇਹ ਮੇਰੀ ਸਟੇਟ ਹੈ, ਆਹ ਤਾਂ ਮੈਂ ਬਿੱਲ ਪਾਸ ਕਰਾਉਣਾ ਹੀ ਕਰਾਉਣਾ। ਸੋ ਇਹ ਆ ਮੁਸ਼ਕਲ ਇੱਥੇ। ਸਿਧਾਂਤਕ ਤੌਰ ਤੇ ਇਹ ਜਿਹੜੇ ਦਿੱਲੀ ਬੈਠੇ, ਜਿਹੜੇ ਦਿੱਲੀੋਂ ਰਿਮੋਟ ਨਾਲ ਸਟੇਟ ਚਲਾ ਰਹੇ ਨੇ, ਇਹ ਉਹਨਾਂ ਦੀ ਬਦੌਲਤ ਸਾਰੀਆਂ ਨੌਕਰੀਆਂ, ਸਾਰੀਆਂ ਇੰਪੋਰਟੈਂਟ ਪੋਜੀਸ਼ਨਸ ਸਾਰੀਆਂ ਸਟੇਟ ਤੋਂ ਬਾਹਰ ਜਾ ਰਹੀਆਂ। ਜੀ ਪਰ ਜੋ ਤੁਸੀਂ ਆਖ ਰਹੇ ਹੋ ਕਿ ਪ੍ਰਾਪਰਟੀ ਵਾਲਾ ਮਸਲਾ, ਬਾਹਰਲੇ ਇੱਥੇ ਆ ਕੇ ਰੈਜ਼ੀਡੈਂਟ ਬਣਨੇ, ਉਹ ਵੱਡੀ ਗੱਲ ਆ। ਇੱਕ ਹੋਰ ਨਹੀਂ ਹੈ, ਚਲੋ ਇੱਥੇ ਇੱਕ ਵਾਰੀ ਅਸੀਂ ਵੀ ਕਲੀਅਰ ਕਰ ਦਈਏ ਵੀ ਸਾਡਾ ਇੱਥੇ ਮਸਲਾ ਇਹ ਨਹੀਂ ਹੈ ਕੋਈ ਨਫ਼ਰਤ ਫੈਲਾਉਣਾ। ਹਰਿਆਣਾ ਵੀ ਉਹ ਲੋਕ ਸਾਡੇ ਭਾਈ ਨੇ, ਜਦੋਂ ਕੋਈ ਅੰਦੋਲਨ ਹੁੰਦਾ ਸਾਡੇ ਨਾਲ ਇਕੱਠਿਆਂ ਖੜਦੇ ਆ, ਲੜਦੇ ਆ। ਪਰ ਇਹ ਨਹੀਂ ਹੈ ਜੇ ਹਰਿਆਣਾ ਦੇ ਵਿੱਚ 100 ਨੌਕਰੀ ਨਿਕਲਦੀ ਆ ਤਾਂ 90 ਜੇ ਪੰਜਾਬੀ ਲੈ ਜਾਣਗੇ ਤਾਂ ਉਹਨਾਂ ਨੂੰ ਦੁੱਖ ਲੱਗੂਗਾ। ਸੋ ਇਹੀ ਅਸੀਂ ਗੱਲ ਕਰ ਰਹੇ ਹਾਂ। ਤਾਂ ਖੈਰ ਸਾਹਿਬ, ਇਹ ਨਹੀਂ ਹੈ ਕਿ ਕੋਈ ਅਜਿਹੀ ਪ੍ਰਕਿਰਿਆ ਤਾਂ ਹੋ ਸਕਦੀ ਹੈ ਕਿ ਅਸੀਂ ਰਾਖਵਾਂ ਕਰ ਦਈਏ ਵੀ ਉਹਦੇ ਵਿੱਚੋਂ 5 ਜਾਂ 10% ਜਾਂ ਮੈਕਸਿਮਮ 20% ਅਸੀਂ ਵੀ ਉਹ ਬਾਹਰਲੀ ਸਟੇਟ ਲਈ ਰੱਖਦੇ, ਜਿਸ ਤਰ੍ਹਾਂ ਕੈਟਾਗਰੀਜ਼ ਐਸਸੀ ਓਬੀਸੀ ਲਈ ਕਰਦੇ ਆ, ਇੱਕ ਰਾਖਵਾਂ ਕੋਟਾ ਹੋ ਜੇ ਬਾਹਰਲੇ ਲਈ। ਸਾਰਾ ਕੁਝ ਸਟੇਟ ਕਰ ਸਕਦੀ, ਰਾਖਵੇਂ ਦੀ ਵੀ ਲੋੜ ਨਹੀਂ ਜੀ। ਪਹਿਲਾਂ ਆਪਣੇ ਬੱਚਿਆਂ ਨੂੰ ਤਾਂ ਮੌਕਾ ਮਿਲੇ, ਫਿਰ ਅਸੀਂ ਰਾਖਵਾਂ ਕਰ ਲਾਂਗੇ। ਤੁਸੀਂ ਇੱਕ ਵਾਰੀ ਪਿੱਛੇ ਜਾਓ, ਹਰਿਆਣੇ ਨੇ ਇੱਕ ਪ੍ਰਾਈਵੇਟ ਸੈਕਟਰ ਜਿਹੜੀਆਂ ਨੌਕਰੀਆਂ, ਇਹ ਤਾਂ ਚਲੋ ਸਰਕਾਰੀ ਹੋ ਗਈਆਂ ਨਾ, ਜਿਹੜੀਆਂ ਇੰਡਸਟਰੀਅਲ ਪ੍ਰਾਈਵੇਟ ਸੈਕਟਰ ਜਿਹੜੀ ਸਾਰੀ ਵਪਾਰ ਲੱਗਾ ਹੋਇਆ ਪੰਜਾਬ ਦੇ ਵਿੱਚ, ਉਹਦੇ ਵਿੱਚ ਵੀ ਹਰਿਆਣੇ ਨੇ ਬਿੱਲ ਪਾਸ ਕੀਤਾ ਸੀਗਾ ਕਿ ਇੰਨੇ ਖਰੇ 80 ਕੇ 85% ਹਰਿਆਣੇ ਵੀ ਹੀ ਰੱਖਣੇ ਪੈਣਗੇ। ਉਹ ਤਾਂ ਇੱਥੋਂ ਤੋਂ ਹੀ ਜਾ ਰਹੇ ਨੇ ਕਿ ਪ੍ਰਾਈਵੇਟ ਨੌਕਰੀਆਂ ਵੀ ਬਾਹਰ ਨਹੀਂ ਦੇਣ ਦੇਣੀਆਂ, ਤੇ ਅਸੀਂ ਤਾਂ ਆਪਣੀਆਂ ਸਰਕਾਰੀ ਵੀ ਮਹਿਫੂਜ਼ ਨਹੀਂ ਕਰ ਸਕਦੇ। ਅਗਰ ਸਟੇਟ ਚਾਹੇ, ਪੰਜਾਬ ਦੀ ਵਿਧਾਨ ਸਭਾ ਵਿੱਚ ਹਰ ਤਰ੍ਹਾਂ ਦਾ ਕਾਨੂੰਨ ਪਾਸ ਕੀਤਾ ਜਾ ਸਕਦਾ, ਤੁਹਾਨੂੰ ਕੋਈ ਬੰਦਿਸ਼ ਨਹੀਂ। ਅਗਰ ਅੱਛਾ ਐਂ ਲੱਗਦਾ ਵਾ ਕਿ ਅਸੀਂ ਜੀ ਸਿਰਫ ਪੰਜਾਬੀ ਲਿਖ ਦਿੰਦੇ ਨਾ 12ਵੀਂ, ਉਹਦਾ ਚੋਰ ਦਰਵਾਜ਼ਾ ਲੱਭ ਲੈਂਦੇ ਨੇ। ਤੁਸੀਂ ਇੱਕ ਡੋਮਿਸਾਈਲ ਵਾਰਡ ਦਿੱਤੀ, ਇੱਕ ਅੱਧੀ ਹੋਰ ਸ਼ਰਤ ਰੱਖੋ ਜਿਹਦੇ ਨਾਲ 100% ਇਨਸ਼ੋਰ ਹੋ ਜਾਊਗਾ ਕਿ ਬਾਹਰਲਾ ਬੰਦਾ ਕੋਈ ਨੌਕਰੀ ਪੰਜਾਬ ਦੀ ਲੈ ਹੀ ਨਹੀਂ ਸਕਦਾ। ਪਹਿਲਾਂ ਪੰਜਾਬ ਦੇ ਬੱਚਿਆਂ ਨੂੰ, ਨੌਜਵਾਨਾਂ ਨੂੰ ਨੌਕਰੀ ਮਿਲ ਜਾਵੇ। ਅਗਰ ਸਾਡੇ ਕੋਲ ਸਰਪਲਸ ਹੋਣਗੀਆਂ, ਅਸੀਂ ਜੀ ਸੱਦ ਕੇ ਸਾਰੇ ਭਾਰਤ ਨੂੰ ਦੇਵਾਂਗੇ, ਸਾਨੂੰ ਕੋਈ ਇਤਰਾਜ਼ ਹੈਗਾ? ਤੇ ਖੈਰ ਸਾਹਿਬ, ਇੱਕ ਨਾਲ ਹੋਰ ਇਸ਼ੂ, ਪਿਛਲੇ ਦਿਨੀ ਕੁਝ ਕੈਂਡੀਡੇਟਸ ਆਏ, ਉਹ ਕਹਿੰਦੇ ਸਾਡਾ ਸਤੰਬਰ 2021 ਦੀ ਭਰਤੀ ਨਿਕਲੀ, ਹੁਣ ਸਤੰਬਰ 2023 ਆ ਗਿਆ, 2 ਸਾਲ ਹੋ ਗਏ, ਪੰਜਾਬ ਪੁਲਿਸ ਸਾਡਾ ਰਿਜ਼ਲਟ ਨਹੀਂ ਡਿਕਲੇਅਰ ਹੋ ਰਹੀ। ਜਿਹੜਾ ਲਾਸਟ ਪ੍ਰੋਸੈਸ ਸੀਗਾ ਉਹਨਾਂ ਦੀ ਸਕਰੂਟਨੀ ਜਾਂ ਉਹਨਾਂ ਦਾ ਫਿਜ਼ੀਕਲ ਟ੍ਰਾਇਲ, ਹਾਂ ਉਹ ਸਾਰਾ ਹੋਇਆ, ਉਹ ਨਵੰਬਰ ਦੇ ਵਿੱਚ ਲਾਸਟ ਹੋਇਆ। 10 ਮਹੀਨਿਆਂ ਤੋਂ ਰਿਜ਼ਲਟ ਨਹੀਂ ਉਹ ਕਹਿੰਦੇ ਸਾਡਾ ਰਿਲੀਜ਼ ਹੋ ਰਿਹਾ। ਕਿਤੇ ਪੁਲਿਸ ਦੇ ਰਿਜ਼ਲਟ ਵੀ ਬਹੁਤ ਲੇਟ ਹੁੰਦੇ ਨੇ। ਮੇਰੇ ਕੋਲ ਵੀ ਬਹੁਤ ਵਾਰੀ ਆਏ। ਇਹ ਪੁਲਿਸ ਵਾਲੀ ਭਰਤੀ ਨਾਲ ਕਨੈਕਟਡ ਹੈ ਜੀ ਟੈਕਨੀਕਲ ਕਾਂਸਟੇਬਲਸ ਨੇ ਜੀ, ਸ਼ਾਇਦ ਇੰਟੈਲੀਜੈਂਸ ਨਾਲ ਕੋਈ ਕਨੈਕਟਡ ਹੈਗੇ ਨੇ, ਟੈਕਨੀਕਲ ਸਟਾਫ ਹੈ ਜੀ, ਉਹਨਾਂ ਦੀ ਹੁਣ ਇੰਨੀ ਦੇਰ ਦੀ ਭਰਤੀ ਹੈਗੀ ਪੈਂਡਿੰਗ, ਸਾਰੀ ਪ੍ਰਕਿਰਿਆ ਕੰਪਲੀਟ ਹੋਈ ਆ। ਉਹਨਾਂ ਨੂੰ ਤਾਂ ਨੌਕਰੀਆਂ ਪੰਜਾਬ ਸਰਕਾਰ ਨੂੰ ਜਲਦੀ ਦੇ ਦੇਣੀਆਂ ਚਾਹੀਦੀਆਂ। ਉਹਨਾਂ ਨੂੰ ਫਿਰ ਉਹ ਤਾਂ ਵਿਚਾਰੇ 1.5-2 ਸਾਲ ਦੇ ਪੈਂਡਿੰਗ ਆ, ਕਈ ਉਹਨਾਂ ਚੋਂ ਓਵਰਏਜ ਹੋ ਜਾਣੇ ਬਾਅਦ ਵਿੱਚ ਜਦ ਨੂੰ ਜੁਆਇਨਿੰਗ ਲੈਟਰਸ ਮਿਲਣੀਆਂ। ਇਸ ਤਰ੍ਹਾਂ ਨਾਲ ਹੋਰ ਵੀ ਬੜੇ EMPLOYEES ਵਿਚਾਰੇ ਜਿਹੜੇ ਧੱਕੇ ਖਾ ਰਹੇ ਨੇ, 1158 ਪ੍ਰੋਫੈਸਰਸ ਧੱਕੇ ਖਾ ਰਹੇ ਨੇ, ਹੋਰ ਵੀ ਟੀਚਿੰਗ ਦੇ ਸਟਾਫ ਦੇ ਵਿੱਚ ਬਹੁਤ ਸਾਰੇ ਬੱਚੇ ਮੇਰੇ ਕੋਲ ਆਉਂਦੇ ਨੇ। ਇੱਕ ਦਿਨ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਸ਼ਾਇਦ PSPCL ਵਿੱਚ ਕਾਫੀ ਕਈ 9 ਕੇ 10,000 ਨੌਜਵਾਨ ਜਿਹੜਾ ਉਹ ਪਿਛਲੇ 8-10 ਸਾਲ ਤੋਂ ਕੰਟਰੈਕਟ ਬੇਸਿਸ ਤੇ ਕੰਮ ਕਰਦਾ। ਉਹਨਾਂ ਨੂੰ ਲੁਧਿਆਣੇ ਧਰਨਾ ਵੀ ਮਾਰਿਆ ਸੀਗਾ ਨੌਜਵਾਨਾਂ ਨੇ। ਉਹਨਾਂ ਦੀ ਸਾਰੀ ਆਊਟਸੋਰਸਿੰਗ ਆ, ਅੱਜ ਵੀ ਉਹ ਆਊਟਸੋਰਸਿੰਗ ਤੇ ਕੰਮ ਕਰ ਰਹੇ ਨੇ। ਮਤਲਬ ਪਰ ਕਿਸੇ ਪ੍ਰਾਈਵੇਟ ਕੰਪਨੀਆਂ, 2 ਕੇ 3 ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਪਾਵਰ PSPCL ਨੇ ਉਹਨਾਂ ਨੂੰ ਕੰਟਰੈਕਟ ਦਿੱਤਾ, ਉਹ ਅੱਗੇ ਤਨਖਾਹ ਦਿੰਦੇ। ਔਰ ਉਹ ਇੱਕ ਗੱਲ ਹੋਰ ਹੋ ਰਹੀ ਸੀ ਬੱਚੇ ਕਿ ਸਾਡੀ ਤਨਖਾਹ ਸ਼ਾਇਦ ਉਹਨਾਂ ਦੀ ਹੈ ਵੀ 12-13 ਹਜ਼ਾਰ ਆ, ਕਹਿੰਦਾ ਜੀ ਉਹਦੇ ਚੋਂ ਵੀ 1000 ਕੇ 2000 ਰੁਪਇਆ ਉਹ ਕੰਪਨੀ ਸਾਡੀ ਕੱਟ ਲੈਂਦੀ ਆ, ਮਤਲਬ ਧੋਖੇ ਨਾਲ, ਨਾਟ ਲੈਜੀਟਿਮੇਟਲੀ। ਉਹ ਉਹਨਾਂ ਦੇ ਅਕਾਊਂਟ ਵਿੱਚ ਸਿਰਫ ਕਿ 9 ਕੇ 10 ਹਜ਼ਾਰ। ਹੁਣ ਤੁਸੀਂ ਦੱਸੋ ਅੱਜ ਦੇ ਯੁੱਗ ਵਿੱਚ 9-10 ਹਜ਼ਾਰ ਰੁਪਏ ਨਾਲ ਕੀ ਮਿਲਦਾ ਕਿਸੇ ਵੱਡੇ ਸ਼ਹਿਰ? ਸੋ ਸਾਰਾ ਕੁਝ ਹੋ ਰਿਹਾ ਵਾ। ਵਾਈਲ ਭਗਵੰਤ ਮਾਨ ਤੇ ਕੇਜਰੀਵਾਲ ਬਾਹਰ ਜਾ ਕੇ ਸਟੇਜਾਂ ਤੋਂ ਕਹਿ ਰਹੇ ਨੇ ਕਿ हमने पंजाब को स्वर्ग बना दिया है, हमने भ्रष्टाचार खत्म कर दिया है, हमने नशे खत्म कर दिए। ये सारा झूठ बोल रहे ने बाहर।
ਅਸਲ ਪੰਜਾਬ ਦੀ ਜਿਹੜੀ ਜ਼ਮੀਨੀ ਹਕੀਕਤ ਹੈਗੀ ਆ ਉਹਦੇ 'ਚ ਇਹ ਆ ਕਿ ਠੀਕ ਹੈ ਇਹਨਾਂ ਨੇ ਨੌਕਰੀਆਂ ਦਿੱਤੀਆਂ ਨੇ, ਲੈਟਸ ਸੇ ਕਹਿੰਦੇ 29,000 ਜਾਂ 30,000 ਨੌਕਰੀ ਦਿੱਤੀ ਆ, ਮੈਂ ਉਹਨੂੰ ਐਪਰੀਸ਼ੀਏਟ ਕਰਦਾ, ਪਰ ਤੁਸੀਂ ਮੈਨੂੰ ਦੱਸੋ ਕਿ ਕੀ ਇਹ ਅਨਐਮਪਲੋਇਮੈਂਟ ਦਾ ਹੱਲ ਹੈ? ਆਪਾਂ ਅੱਜ ਗੱਲ ਕਰ ਰਹੇ ਹਾਂ, ਅੱਜ ਘੱਟੋ ਘੱਟ ਨੌਜਵਾਨ ਪੰਜਾਬ ਦਾ 25 ਲੱਖ ਬੇਰੁਜ਼ਗਾਰ ਹੈ, ਤੁਸੀਂ 30,000 ਨੂੰ ਨੌਕਰੀ ਕਹਿੰਦੇ ਕਿ ਦੇ ਕੇ ਅਸੀਂ ਮਸਲਾ ਹੱਲ ਕਰ ਦਿੱਤਾ ਜੀ। ਵਾਟ ਅਬਾਊਟ ਜਿਹੜਾ 24,70,000 ਬਾਕੀ ਧੱਕੇ ਖਾ ਰਿਹਾ ਵਾ, ਉਹ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਉਹ ਨਸ਼ੇੜੀ ਹੁੰਦਾ ਵਾ। ਖੇਤੀ ਸਾਡੀ ਉੱਦਾਂ ਡਾਊਨ ਹੈਗੀ ਆ, ਤਾਂ ਹੀ ਉਹ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ। ਇਹਨਾਂ ਦਾ ਇੱਥੇ ਲੋਕਲਾਈਜ਼ ਸਾਨੂੰ ਕੋਈ ਹੱਲ ਕਰਨਾ ਪੈਣਾ ਵਾ, ਇਹ ਨੌਕਰੀਆਂ ਦੇਣਾ ਹੱਲ ਨਹੀਂਗਾ ਸਾਡਾ। ਜਾਂ ਤਾਂ ਅਸੀਂ ਐਗਰੀਕਲਚਰ ਨੂੰ ਰੀਇਨਵੈਂਟ ਕਰੀਏ, ਖੇਤੀਬਾੜੀ ਨੂੰ ਅਸੀਂ ਪ੍ਰੋਫਿਟੇਬਲ ਬਣਾਈਏ ਤਾਂ ਕਿ ਬੱਚੇ ਸਾਡੇ ਖੇਤੀ ਕਰਨ, ਔਰ ਉਹ ਤਾਂ ਹੋਊਗਾ ਖੇਤੀ ਵਪਾਰ ਦੋਨੋਂ ਕਨੈਕਟਡ ਆ ਜੇ ਪਾਕਿਸਤਾਨ ਨਾਲ ਬਾਰਡਰ ਖੁੱਲੂਗਾ। ਦੇਖੋ ਲੌਂਗ ਟਰਮ ਸੋਲੂਸ਼ਨ ਇਹੀ ਆ ਜਿਹੜਾ ਅਸੀਂ ਦਿੱਤਾ 1000 ਰੁਪਇਆ ਜਨਾਨੀਆਂ ਨੂੰ ਦਿੱਤਾ, ਅਸੀਂ ਜ਼ੀਰੋ ਬਿੱਲ ਕਰਤੇ, ਇਹ ਸ਼ਾਰਟ ਟਰਮ ਮੈਜਰਸ ਆ। ਜੇ ਤੁਸੀਂ ਸਟੇਟ ਨੂੰ ਅੱਗੇ ਲੈ ਕੇ ਜਾਣਾ ਲੰਬੇ ਅਰਸੇ ਵਾਸਤੇ, ਤੁਹਾਨੂੰ ਕੁਝ ਸਿਧਾਂਤਕ ਵੱਡੇ ਫੈਸਲੇ, ਉਹਨਾਂ ਚੋਂ ਇੱਕ ਫੈਸਲਾ ਹੈ ਕਿ ਸਾਡਾ ਪਾਕਿਸਤਾਨ ਨਾਲ ਫੁੱਲ ਫਲੈਜਡ ਵਪਾਰ ਖੁੱਲਣਾ ਚਾਹੀਦਾ। ਕਿਉਂ ਬੰਦ ਹੈ? ਝਗੜਾ ਮੋਦੀ ਦਾ ਹੋਊਗਾ ਪਾਕਿਸਤਾਨ ਦੇ ਨਾਲ, ਝਗੜਾ ਬੀਜੇਪੀ ਦਾ ਹੋਊਗਾ ਪਾਕਿਸਤਾਨ ਦੇ ਨਾਲ, ਸਾਡਾ ਥੋੜੋ ਹੈਗਾ ਵਾ। ਸਾਡਾ ਤਾਂ ਪੁਰਾਣਾ ਬਾਰਡਰ ਜਿਹੜਾ ਸਿਲਕ ਰੂਟ ਸੀਗਾ, ਤੁਹਾਨੂੰ ਪਤਾ ਵਾ ਸਾਡੀਆਂ ਜਿੰਸਾਂ ਦੀ ਕੀਮਤਾਂ ਅਕ੍ਰੋਸ ਦ ਬਾਰਡਰ, ਕੱਲਾ ਪਾਕਿਸਤਾਨ ਨਹੀਂ ਨਾ, ਇਹ ਰਸ਼ੀਆ ਤੱਕ ਮਾਰਕੀਟ ਹੈ ਬੜੀ ਵੱਡੀ। ਸਾਡੀਆਂ 3-3 ਗੁਣਾ ਕੀਮਤਾਂ ਨੇ, ਸਾਡੇ ਖੰਡ ਦੀ, ਸਾਡੇ ਚੌਲਾਂ ਦੀ, ਸਾਡੇ ਆਟੇ ਦੀ, ਸਾਡੀਆਂ ਸਬਜ਼ੀਆਂ ਦੀ, ਸਾਡੇ ਫਲਾਂ ਦੀ 3 ਟਾਈਮਸ ਵੈਲਿਊ। ਉਹ ਸਵਾਮੀਨਾਥਨ ਕਮੇਟੀ ਦਾ ਆਪੇ ਬਣ ਜਾਣੀ ਜੇ ਸਾਡਾ ਬਾਰਡਰ ਖੁੱਲ ਜੇ। ਹੁਣ ਭਗਵੰਤ ਮਾਨ ਇਸ ਬਾਰਡਰ ਦਾ ਵੀ ਵਿਰੋਧ ਕਰਦਾ, ਦੱਸੋ ਇਹ ਕੋਈ ਤੁਕ ਹੈ? ਦੂਰਅੰਦੇਸ਼ੀ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇੱਕ ਟਰੈਕ ਤਿਆਰ ਕੀਤਾ ਜਾ ਰਿਹਾ ਕਾਰਪੋਰੇਟ ਵਾਸਤੇ, ਜਦੋਂ ਟਰੈਕ ਪੂਰਾ ਫੁੱਲ ਫਲੈਜ ਤਿਆਰ ਹੋ ਗਿਆ ਤਾਂ ਖੋਲ ਦੇਣਗੇ। ਪਰ ਕਿਸਾਨਾਂ ਨੂੰ ਫਾਇਦਾ ਨਹੀਂ ਦੇਣਾ। ਹੁਣ ਉਹੀ ਪ੍ਰੋਬਲਮ ਹੈ ਨਾ, ਦੇਖੋ ਸਾਡੇ ਦਿੱਲੀੋਂ ਨੀਤੀਆਂ ਬਣਦੀਆਂ ਨੇ ਵਿਤਕਰੇ ਵਾਲੀਆਂ ਪੰਜਾਬ ਦੇ ਪ੍ਰਤੀ। ਪੰਜਾਬ ਦੇ ਕੋਲ ਕੋਈ ਬੰਦਰਗਾਹ ਨਾ ਹੋਣ ਕਰਕੇ ਸਾਡੇ ਕੋਲ ਕੁਝ ਚਾਰਾ ਹੀ ਨਹੀਂਗਾ, ਸਾਡੇ ਕੋਲ ਜ਼ਮੀਨ 'ਚ ਪਾਣੀ ਤੋਂ ਇਲਾਵਾ ਕੁਝ ਨਹੀਂਗਾ। ਅੱਜ ਹੁਣ ਮੈਂ ਕਿਸਾਨਾਂ ਦੀ ਆਲ ਪਾਰਟੀ ਮੀਟਿੰਗ ਤੇ ਚੱਲਿਆ, ਉੱਥੇ ਪਾਣੀ ਦਾ ਮਸਲਾ ਹੀ ਲੈ ਕੇ ਚੱਲੇ ਨੇ ਕਿਸਾਨ ਯੂਨੀਅਨਸ, ਆਲ ਪਾਰਟੀ ਮੀਟਿੰਗ ਸੱਦੀ ਆ। ਸਾਡੇ ਕੋਲ ਕੁਝ ਹੈ ਹੀ ਨਹੀਂਗਾ। ਸਾਡੇ ਕੋਲ ਤਾਂ ਸਿਰਫ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਅਗਰ ਵਪਾਰ ਦਾ ਸਾਰਾ ਸੈਂਟਰਲ ਏਸ਼ੀਆ ਨੂੰ ਵਪਾਰ ਦਾ ਫੁੱਲ ਬਾਰਡਰ ਖੁੱਲੇ, ਨਾਟ ਜਿਹੜਾ ਡਰਾਈ ਫਰੂਟਸ ਦਾ ਵਪਾਰ ਕਰਦੇ 42-45 ਜਾਂ 100 ਆਈਟਮ ਦਾ, ਨਾਟ ਦੈਟ, ਜਿੱਦਾਂ ਪਹਿਲਾਂ ਚੱਲਦਾ ਹੁੰਦਾ ਸੀ ਕਿਸੇ ਵੇਲੇ। ਇਹਦਾ ਬੜਾ ਮਸ਼ਹੂਰ ਰੂਟ ਸੀਗਾ, ਇਹਦਾ ਪੰਜਾਬ ਦੇ ਬਾਰੇ ਨੇ ਯਾਰ, ਔਰ ਕੱਲਾ ਪੰਜਾਬ ਨਹੀਂ ਇਹਦੇ ਨਾਲ, ਔਰ ਕੱਲੀ ਖੇਤੀ ਨਹੀਂ, ਪੰਜਾਬ ਦੀ ਇੰਡਸਟਰੀ ਬੜਾ ਬੈਨੀਫਿਟ ਕਰੂਗੀ। ਇਹਨਾਂ ਦੇ ਵੀ ਜਿਹੜੀਆਂ ਚੀਜ਼ਾਂ ਨੇ ਆਪਾਂ ਦੇਸ਼ ਦੇ ਕੋਨੇ ਤੇ ਹੋਣ ਕਰਕੇ ਇਹਨਾਂ ਕੋਲ ਵੀ ਮਾਰਕੀਟ ਹੈ ਨਹੀਂ, ਇਹਨਾਂ ਕੋਲ ਵੀ ਬੜੀ ਅੱਛੀ ਮਾਰਕੀਟ ਮਿਲ ਜੂਗੀ। ਔਰ ਕੱਲਾ ਪੰਜਾਬ ਨਹੀਂ, ਹਰਿਆਣਾ ਵਿਲ ਬੈਨੀਫਿਟ, ਦਿੱਲੀ ਵਿਲ ਬੈਨੀਫਿਟ, ਜੰਮੂ ਕਸ਼ਮੀਰ ਵਿਲ ਬੈਨੀਫਿਟ, ਹਿਮਾਚਲ ਵਿਲ ਬੈਨੀਫਿਟ ਐਂਡ ਈਵਨ ਰਾਜਸਥਾਨ ਵਿਲ। 6-7 ਸਟੇਟਾਂ ਦਾ ਹੋ ਜਾਊਗਾ। ਅਸੀਂ ਇਕੱਲਾ ਆਪਣੇ ਲਈ ਮੰਗ ਰਹੇ, ਲੇਕਿਨ ਭਗਵੰਤ ਇਹਦਾ ਵੀ ਵਿਰੋਧ ਕਰ ਰਿਹਾ। ਖੈਰ ਸਾਹਿਬ, ਮੈਂ ਮਾਫ ਕਰਨਾ ਤੁਹਾਡੀ ਗੱਲ ਵਿਚਾਲੇ, ਮੈਂ ਫਿਰ ਦੁਬਾਰਾ ਉੱਥੇ ਹੀ ਹੋਣਾ ਭਰਤੀ ਤੇ। ਇੱਕ ਗੱਲ ਨਾ ਨੌਜਵਾਨਾਂ ਦਾ, ਪੰਜਾਬ ਦੇ ਉਮੀਦਵਾਰਾਂ ਦਾ ਇੱਕ ਰੋਸ ਬਹੁਤ ਆ ਕਿ ਸਾਡੇ ਕੋਲੇ P++ ਜਿਹੜਾ ਬੋਰਡ ਆ, ਸਰਵਿਸ ਬੋਰਡ ਆ ਜਿਹੜਾ ਭਰਤੀਆਂ ਲੈਂਦਾ, ਸਾਡੇ ਕੋਲ P++ ਆ। ਉਹਨਾਂ ਨੇ 4 ਤਰੀਕ ਨੂੰ ਟਾਈਪਿੰਗ ਦਾ ਟੈਸਟ ਲਿਆ ਆਖਰੀ, ਤੇ ਉਹਨਾਂ ਨੇ ਕਈ 100 ਦਾ ਰਿਜ਼ਲਟ ਸ਼ਾਮ ਨੂੰ ਕੈਂਡੀਡੇਟ ਪੇਪਰ ਦੇ ਕੇ ਘਰੇ ਨਹੀਂ ਪਹੁੰਚਦੇ, ਤਾਂ ਉਹਨਾਂ ਨੇ ਰਿਜ਼ਲਟ ਸਾਈਟ ਤੇ ਪਾਤਾ। ਕਹਿੰਦੇ ਜਦੋਂ ਸਾਡੇ ਕੋਲ ਇਹੋ ਜਿਹੇ ਬੋਰਡ ਹੈਗੇ ਆ ਜਿਹੜੇ ਫਾਸਟਲੀ ਕੰਮ ਕਰ ਸਕਦੇ ਆ, ਤਾਂ ਫਿਰ ਪੰਜਾਬ ਪੁਲਿਸ ਦੀਆਂ ਜਿਹੜੀਆਂ ਭਰਤੀਆਂ ਨੇ ਉਹ ਬਾਹਰਲੀ ਕੰਪਨੀ ਆਉਂਦੀ ਆ ਤੇ ਉਹਨਾਂ ਨੂੰ ਠੇਕਾ ਦਿੱਤਾ ਜਾਂਦਾ। ਹਾਂ, ਗਲਤ ਤੇ ਇਸ ਚੀਜ਼ ਦਾ ਕੈਂਡੀਡੇਟ ਬਹੁਤ ਵਿਰੋਧ ਕਰ ਰਿਹਾ। ਸਿਧਾਂਤਕ ਤੌਰ ਤੇ ਗਲਤ ਹੈ। ਜਦ ਸਾਡੇ ਕੋਲ ਦੇਖੋ, ਸਾਡੇ ਕੋਲ ਸਿਲੈਕਸ਼ਨ ਕਰਨ ਵਾਸਤੇ ਜਿਹੜੀਆਂ ਕਲਾਸ 1 ਜੌਬਸ ਆ, ਉਹਦੇ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆ ਪਟਿਆਲੇ ਦਾ, ਉਹ ਕੰਪੀਟੈਂਟ ਆ। ਜਿਹੜੀਆਂ ਸਾਡੇ ਕੋਲ ਕਲਾਸ 2-3 ਜੌਬਸ ਨੇ, ਉਹਦੇ ਲਈ ਪੰਜਾਬ ਸਬਆਰਡੀਨੇਟ ਸਿਲੈਕਸ਼ਨ ਬੋਰਡ ਹੈਗਾ, ਉਹ ਆਪਾਂ ਨੂੰ ਉਹਦੇ ਕਰ ਸਕਦੇ ਹਾਂ। ਜਦੋਂ ਅਸੀਂ ਆਊਟਸੋਰਸ ਕਰਦੇ ਹਾਂ, ਇਹਦਾ ਮਤਲਬ ਤੁਹਾਡੀ ਮਨਸ਼ਾ ਜਿਹੜੀ ਆ ਉਹ ਉਹਦੇ ਚ ਇਨਸਾਫ ਪਸੰਦੀ ਤੇ ਜਸਟਿਸ ਨਹੀਂਗਾ। ਜੀ ਖੈਰਾ ਸਾਹਿਬ, ਇਹ ਤੋਂ ਹਟ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਵਿਚਾਰਧਾਰਾ ਨਹੀਂ ਮੇਲ ਖਾਂਦੀ ਹਰ ਗੱਲ ਤੇ ਦੂਜੇ ਪਾਸੇ ਅਲਾਈਅੰਸ ਹੋਣ ਜਾ ਰਿਹਾ। ਹਾਂਜੀ, ਦੇਖੋ ਅਲਾਈਅੰਸ ਦੀ ਗੱਲ ਅੱਛੀ ਤਰ੍ਹਾਂ ਸਮਝੋ। ਜਿੱਥੋਂ ਤੱਕ ਤਾਂ ਬੀਜੇਪੀ ਨੂੰ ਰੋਕਣ ਦੀ ਗੱਲ ਹੈ ਦੇਸ਼ ਵਿੱਚ, ਕਿ ਉਹ ਵਾਕਈ ਕਨਸਟੀਟਿਊਸ਼ਨ ਨੂੰ ਤਬਾਹ ਕਰ ਰਹੇ ਨੇ, ਡੈਮੋਕ੍ਰੇਸੀ ਨੂੰ ਡੀਰੇਲ ਕਰ ਰਹੇ ਨੇ। ਦੇਖੋ ਇੰਡੀਆ ਵਰਗਾ ਇੱਕ ਪੁਰਾਣਾ ਸਦੀਆਂ ਨਾਮ ਉਹਨੂੰ ਚੱਕ ਕੇ ਹੁਣ ਭਾਰਤ ਕਰ ਦੇਣ ਲੱਗੇ ਨੇ। ਤੇ ਕੱਲ ਲੋਕੀ ਟੈਲੀਵਿਜ਼ਨ ਤੇ ਮਜ਼ਾਕ ਕਰ ਰਹੇ ਸੀ ਕਿ ਇਹਦਾ ਮਤਲਬ ਸੁਪਰੀਮ ਕੋਰਟ ਆਫ ਇੰਡੀਆ ਦਾ ਨਾਮ ਬਦਲੋਗੇ ਤੁਸੀਂ, ਜਿਹੜਾ ਯੂਨਾਈਟਿਡ ਨੇਸ਼ਨਸ ਵਿੱਚ ਸਾਡਾ ਰਿਕਾਰਡ ਹੈ ਉੱਥੇ ਵੀ ਬਦਲਾਓਗੇ। ਔਰ ਉਹਨਾਂ ਨੇ ਦਰਜਨਾਂ ਹੋਰ ਗਣਾਤੇ ਜਿਹੜੇ ਇੰਪੋਰਟੈਂਟ ਇੰਸਟੀਟਿਊਸ਼ਨਸ ਆ, ਰਿਜ਼ਰਵ ਬੈਂਕ ਆਫ ਇੰਡੀਆ, ਸੋ ਤੁਸੀਂ ਸਾਰਿਆਂ ਦੇ ਨਾਮ ਬਦਲੋਗੇ। ਇਸ ਕਰਕੇ ਬੀਜੇਪੀ ਨੂੰ ਤਾਂ ਰੋਕਣਾ ਹੈਗਾ ਬਹੁਤ ਜ਼ਰੂਰੀ। ਲੇਕਿਨ ਅਸੀਂ ਇਸ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਨਹੀਂ ਚਾਹੁੰਦੇ ਸੀਟ ਸ਼ੇਅਰਿੰਗ, ਕਿ ਪੰਜਾਬ ਦੇ ਵਿੱਚ ਬੀਜੇਪੀ ਪਹਿਲਾਂ ਹੀ ਰੁਕੀ ਹੋਈ ਹੈ। ਬੀਜੇਪੀ ਆਪਣੇ ਆਪ ਦੇ ਵਿੱਚ ਪੰਜਾਬ 'ਚ ਇੱਕ ਵੀ ਸੀਟ ਨਹੀਂ ਜਿੱਤਦੀ, ਇੱਕ ਵੀ ਸੀਟ ਨਹੀਂ ਜਿੱਤਦੀ। ਤੇ ਅਸੀਂ ਇਸ ਕਰਕੇ ਆਪਸ ਵਿੱਚ ਜਦੋਂ ਸੀਟ ਸ਼ੇਅਰਿੰਗ ਕਰਾਂਗੇ, ਫਰਜ਼ ਕਰੋ ਸਾਡਾ ਜਿਹੜਾ ਕੇਡਰ ਆ ਉਹ ਆਮ ਆਦਮੀ ਪਾਰਟੀ ਨਾਲ ਇੰਨਾ ਨਾਰਾਜ਼ ਆ, ਮਤਲਬ ਲੀਡਰ ਤਾਂ ਨਾਰਾਜ਼ ਹੈਗੇ ਕਿਉਂਕਿ ਉਹਨਾਂ ਨੂੰ ਵੀ ਫੜ ਕੇ ਅੰਦਰ ਦਿੱਤਾ ਵਾ, ਪਰ ਥੱਲੇ ਤੱਕ ਸਰਪੰਚਾਂ ਤੇ ਉੱਤੇ ਇੰਨਾ ਅਤਿਆਚਾਰ, ਇੰਨੀਆਂ ਇਨਕੁਆਇਰੀਆਂ, ਇੰਨੇ ਪਰਚੇ SC ਐਕਟ ਦੇ ਝੂਠੇ ਸੱਚੇ, ਆ ਲਫੇੜੇ ਮਾਰ ਦਾਂਗੇ ਤੇਰੇ ਸਰਪੰਚਾ,
ਉਹ ਕਿੱਦਾਂ ਵੋਟ ਪਾਉਣਗੇ ਜੀ ਝਾੜੂ ਦੇ ਬੰਦੇ ਨੂੰ। ਇਸ ਕਰਕੇ ਅਸੀਂ ਆਪਣੀ ਪਾਰਟੀ ਨੂੰ ਕਿਹਾ ਕਿ ਇਹ ਕਾਊਂਟਰ ਪ੍ਰੋਡਕਟਿਵ ਹੋ ਜਾਊਗਾ ਅਲਾਇੰਸ। ਇਹ ਨਾ ਹੋਵੇ ਕਿ ਤੁਸੀਂ ਅਲਾਇੰਸ ਕਰਾ ਦਿਓ ਸਾਡਾ ਇਹਨਾਂ ਦੇ ਨਾਲ ਤੇ ਸਾਡਾ ਕੇਡਰ ਸਾਰਾ ਜਿਹੜਾ ਵਾ ਉਹ ਸ਼ਹਿਰਾਂ 'ਚ ਵੋਟ ਪਾ ਦੇ ਬੀਜੇਪੀ ਨੂੰ ਤੇ ਪਿੰਡਾਂ 'ਚ ਵੋਟ ਪਾ ਦੇਵੇ ਅਕਾਲੀ ਦਲ ਨੂੰ। ਤਾਂ ਕਰਕੇ ਅਸੀਂ ਅਪੋਜ਼ ਕਰ ਰਹੇ। ਪੰਜਾਬ ਦੇ ਵਿੱਚ ਬੀਜੇਪੀ ਪਹਿਲੇ ਰੁਕੀ ਹੋਈ ਹੈ। ਤੇ ਖੈਰ ਸਾਹਿਬ, ਦੂਜਾ ਵਿਦਿਆਰਥੀ ਚੋਣਾਂ ਹੋਈਆਂ, ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI, ਪੰਜਾਬ ਤੇ ਹਰਿਆਣਾ ਦੇ ਹੀ ਜ਼ਿਆਦਾ ਯੂਥ ਉੱਥੇ, ਉਹਨਾਂ ਨੇ ਤਾਂ ਸੁਨੇਹਾ ਦੇਤਾ ਵੀ ਅਸੀਂ ਇਕੱਲੇ ਹੈਗੇ ਆ ਜੀ, NSUI ਇਕੱਲੀ ਲੜੀ, ਤੇ ਉਹਨਾਂ ਨੇ ਸੁਨੇਹਾ ਦੇਤਾ ਤੇ ਹੁਣ ਇਹ ਮੇਨ ਸਟ੍ਰੀਮ ਕਾਂਗਰਸ ਨੂੰ ਪਾਰਟੀ ਨੂੰ ਦੇਖਣ ਦੀ ਲੋੜ ਆ। ਯੂਥ ਨੇ ਤਾਂ ਦੱਸਤਾ, ਸੁਣਿਆ ਤਾਂ ਆਲਰੇਡੀ ਆ ਚੁੱਕਾ ਜੀ। ਦੇਖੋ ਤੁਸੀਂ, ਮੈਂ ਕੋਈ ਹੰਕਾਰ ਨਾ ਸਮਝੋ, ਠੀਕ ਹੈ ਇਹ ਜਲੰਧਰ ਮੈਨੂਪਲੇਟ ਕਰਕੇ ਜਿੱਤ ਗਏ, ਕਾਂਗਰਸ ਨੇ ਚੱਜ ਨਾਲ ਬੰਦਿਆਂ ਨੂੰ ਇਲੈਕਸ਼ਨ ਨਹੀਂ ਲੜੀ ਉੱਥੇ, ਦੇਖੋ ਉਹਦੇ ਚ ਕਮੀਆਂ ਰਹੀਆਂ ਸਾਡੀਆਂ। ਹੁਣ ਜੇ ਕੋਈ ਪੁੱਛਣਗੇ ਹਾਈ ਕਮਾਂਡ ਵਾਲੇ ਤਾਂ ਮੈਂ ਦੱਸ ਵੀ ਦਊਂਗਾ, ਮੈਨੂੰ ਪਤਾ ਵੀ ਆ। ਲੇਕਿਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਕਿਰਦਾਰ ਨੂੰ ਪਛਾਣ ਚੁੱਕੇ ਨੇ। ਇਸ ਕਰਕੇ ਪਾਰਲੀਮੈਂਟ ਅਸੀਂ ਇਕੱਲੇ ਲੜਾਂਗੇ। ਔਰ ਮੈਨੂੰ ਬਿਲਕੁਲ, ਮੈਂ ਹੰਕਾਰ ਫਿਰ ਨਾ ਸਮਝਣਾ, ਅਸੀਂ ਕਾਫੀ ਅੱਛੇ ਤਰੀਕੇ ਨਾਲ ਸਾਡੀਆਂ ਵਧੀਆ, ਮੈਂ ਨਹੀਂ ਕਹਿੰਦਾ ਕਿ 13 ਦੀਆਂ 13 ਉਹ ਬੋਗਸ ਸਟੇਟਮੈਂਟ ਹੁੰਦੀ ਹੈ, ਅਸੀਂ ਵਧੀਆ ਸੀਟਾਂ ਜਿੱਤ ਕੇ ਸ਼ਾਨਦਾਰ ਤਰੀਕੇ ਨਾਲ ਰਿਸਪੈਕਟੇਬਲ ਜਿੱਤਾਂ। ਔਰ ਇਹਨਾਂ ਨੂੰ ਹਾਰ, ਕਿਉਂਕਿ ਆ ਜਿਹੜਾ ਇਹ ਟ੍ਰੇਲਰ ਆ ਗਿਆ ਪੰਜਾਬ ਯੂਨੀਵਰਸਿਟੀ ਦਾ, ਇਹ ਟ੍ਰੇਲਰ ਆ, ਬਸ ਇਹ ਨਹੀਂ ਫਿਲਮ 'ਚ ਕਨਵਰਟ ਹੋਣਾ। ਸਾਡੇ ਬੱਚੇ ਨੇ ਸਾਰੇ ਜਿਹੜੇ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ, ਜੇ ਯੂਥ ਹੀ ਇਹਨਾਂ ਦੇ ਨਾਲ ਹੈ ਨਹੀਂਗਾ, ਤੀਜੇ ਨੰਬਰ ਤੇ ਆਏ ਨੇ, ਦੂਜੇ ਦੇ ਵੀ ਨਹੀਂ ਆਏ। ਸੋ ਦੇ ਸਟੈਂਡ ਰਿਜੈਕਟਡ ਬਿਕੋਜ਼ ਇਹਨਾਂ ਦਾ ਕਰਨੀ ਤੇ ਕਥਨੀ 'ਚ ਬਹੁਤ ਫਰਕ ਆ। ਤੁਸੀਂ ਦੇਖੋ ਨਾ ਕਿੱਥੋਂ ਭਗਵੰਤ ਮਾਨ ਚੱਲਿਆ ਸੀਗਾ ਕਿ VIP ਕਲਚਰ ਨਹੀਂ ਕਰਾਂਗੇ, ਗੱਡੀਆਂ ਨਹੀਂ ਲਵਾਂਗੇ, ਘਰ ਨਹੀਂ ਲਵਾਂਗੇ, ਐਡੇ ਆਲੀਸ਼ਾਨ 45 ਕਰੋੜ ਦੇ ਘਰ ਬਣੇ ਹੋਏ ਨੇ ਕੇਜਰੀਵਾਲ ਸਾਹਿਬ ਲਈ, ਡਬਲ Z ਸਿਕਿਉਰਟੀਆਂ ਚੱਲ ਰਹੀਆਂ ਨੇ, 3 ਕਰੋੜ ਦੀਆਂ ਲੈਕਸਸ ਦੀਆਂ ਕਈ ਗੱਡੀਆਂ ਘੁੰਮ ਰਹੀਆਂ ਨੇ, ਇਹਨਾਂ ਦੇ ਟੱਬਰ ਉਸ ਗੱਡੀਆਂ 'ਚ ਘੁੰਮ ਰਹੇ ਨੇ, ਟੱਬਰਾਂ ਦੇ ਹੱਥ ਸੋਨੇ ਨਾਲ ਲੱਦੇ ਹੋਏ ਨੇ, ਕਰੋੜ ਦੀਆਂ ਮੁੰਦੀਆਂ ਪਾ ਰਹੇ ਨੇ, 10 ਲੱਖ ਦੇ ਜੁੱਤੇ ਪਾ ਰਹੇ ਨੇ। ਸੋ ਤੁਹਾਡਾ ਕੀ ਖਿਆਲ ਹੈ ਕਿ ਲੋਕ ਕਮਲੇ ਨੇ? ਜਦੋਂ ਉਹਨਾਂ ਦੇ ਕਾਫਲੇ ਜਾਂਦੇ ਨੇ 100 ਗੱਡੀ ਦਾ, ਜਿਹੜੇ ਬੋਲਦੇ ਹੁੰਦੇ ਸੀ, ਨਾਲ ਹੀ ਲੋਕੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਦੀ ਪੁਰਾਣੀ। ਸੋ ਇਹ ਜਿਹੜੀਆਂ ਇਹਨਾਂ ਨੇ ਕਮਿਟਮੈਂਟਸ ਕੀਤੀਆਂ, ਇਹ ਆਪ ਹੀ ਭੱਜ ਗਏ ਨੇ ਉਹਨਾਂ ਦੇ ਉੱਤੋਂ, ਤੇ ਲੋਕਾਂ ਦਾ ਭੱਜਣਾ ਤਾਂ ਫਿਰ ਬੜਾ ਵਾਜਬ ਹੈਗਾ। ਸ਼ੁਕਰੀਆ ਖਰ ਸਾਹਿਬ, ਧੰਨਵਾਦ ਸੀ ਸਮਝ ਦਾ। ਸੋ ਇਹ ਸਨ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਬਾਰੇ, ਜਿਨ੍ਹਾਂ ਤੇ ਬਹੁਤ ਗਿਣਤੀ ਪੰਜਾਬ ਦੀ ਕਹਿੰਦੀ ਆ ਕਿ ਡਾਕਾ ਵੱਜ ਰਿਹਾ, ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ। ਤਾਂ ਇੱਕ ਵਾਰ ਫਿਰ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਕੋਈ ਨਫ਼ਰਤ ਨਹੀਂ ਫੈਲਾਉਂਦੇ। ਹਰਿਆਣੇ ਵਾਲੇ ਵੀ ਸਾਡੇ ਨੇ, ਰਾਜਸਥਾਨ ਵਾਲੇ ਵੀ ਸਾਡੇ ਨੇ, ਪਰ ਜੇ ਹਰਿਆਣੇ ਦੇ ਵਿੱਚ ਇਹ ਹੋਵੇ ਤਾਂ ਹਰਿਆਣਵੀ ਲੋਕਾਂ ਨੂੰ ਦੁੱਖ ਜ਼ਰੂਰ ਲੱਗੂਗਾ। ਠੀਕ ਹੈ, ਹਰਿਆਣੇ ਵਾਲੇ ਰਾਜਸਥਾਨ ਵਾਲੇ ਆਉਣ ਤਾਂ ਕੁਝ ਹੱਦ ਤੱਕ ਨੌਕਰੀਆਂ ਹੋਣ, ਕਿਉਂਕਿ ਇਹ ਪੰਜਾਬ ਆ ਤੇ ਪੰਜਾਬੀਆਂ ਦਾ ਪਹਿਲਾ। ਸੋ ਤੁਸੀਂ ਅੱਖਰ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।